का खालसा वाहिगुरू जी की फतेह। सतगुरां दे पावन दरबार विच बड़े ही शरधा दे नाल शाम दे दीवाना विच आप जी जुड़ बैठे हो। सुभाग मिले है संगत करन दा। कीमती घड़ियां ने सतगुरां दे प्यार विच भिज के इन्हां नूं सफलियां बनाइए। चल रहे पावन प्रसंगां विचों आप जी ने सरवण कीता सी। जगत दे नाथ गुरु नानक साहिब एक अगमी चोज वरता रहे ने। वेई नदी विच सतगुरां ने टुब्बी लाई ते अलोप हो गए। सुल्तानपुर लोधी की धरती ते हाहाकार मची हुई है। समय का नवाब अपना सारा अमला सिपाहियां गोताखोरां ते मलाहां नूं लैके गुरु नानक साहिब नूं लभ रहा। सारे दिन की खोज छाणबीण तो बाद भी किते थौ पता ना मिलिया। जयराम जी बड़े वड्डे सदमे चों गुजर रहे ने। लोग आपो अपने हिसाब नाल गल्लां करते हैं। 24 घंटिया का समा बतीत हो गया पर किते भी गुरु नानक साहिब जी का थौ पता नहीं लगता। बड़ा ही गमगीन जिहा माहौल सुल्तानपुर की पावन धरती ते बनिया होया है। इन्हां सारे प्रसंगां नूं आप जी ने सरवण कीता है। आओ कुछ समा मन चित बिरतियां नूं एकाग्र चित बनाइए। पाओ प्रेम की सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। या बिद खोजत वार ते पार ते हार परे नह वार ते पायो। जिस वेले नवाब दौलत खां अपनियां फौजां सिपाहियां दे समेत वेई नदी के किनारे पहुंचे। मੱਛ ते मच्छियां नूं फड़न वाले जाल पाए गए। गोताखोरां ने चुभियां लाइयां ने पर ना वेई दे इस पार ते ना वेई दे उस पार। गुरु नानक साहब सच्चे पातशाह जी दे पावन शरीर का कोई पता नहीं लगता। ਲੱਭਣ वाला अमला भी थक हार गया है। ज्यों ज्यों खोज ਵਧਦੀ जा रही है त्यों त्यों सारे परेशान ਹਨ। गुम भयो तरनी के तस्यो दूर कैसे गयो नह नैन निखायो। सारा दिन ਲੱਭਣ ਤੋਂ ਬਾਅਦ ਗੋਤਾਖੋਰ भी बैठ के गल्लां करते ने। कहते धरती खा गई ਜਾਂ अंबर आसमान निकल गए। जे कोई सरीरक तौर ते पानी विच डुबिया भी है शरीर ते मिलना चाहिए। हुण गोताखोरां दीयां ये गल्लां बड़ा दुख दे रहीआं ने। आखिरकार नवाब ने आखिया भी रात वेले भी किसी ने आराम नहीं करना। इस पानी का पहरा रखिया जाए। जद भी किते पानी विच कोई हलचल दिसदी है 4 व्यक्ति छाल मार के उहनूं खंगाल लैण। अज दे समय किते रेस्क्यू चलदा है। दिन दिहाड़े खोजां जोर ते हुंदियां ने। जदों रात का समा आवे तो लोग नदियां दरियावां के किनारे बह जाते।
ਸਮੇਂ ਦੇ ਨਵਾਬ ਨੇ ਬੜੀ ਵੱਡੀ ਚਿੰਤਾ ਜ਼ਾਹਰ ਕੀਤੀ ਹੈ। ਕੁਝ ਸਮਝ ਨਹੀਂ ਆਉਂਦਾ ਇਹ ਹੋਇਆ ਤੇ ਹੋਇਆ ਕਿਉਂ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਅਲੋਪ ਹੋ ਜਾਣਾ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹੈ। ਸ੍ਰੀ ਗੁਰ ਕੀਰਤ ਸਾਗਰ ਸੀ, ਮਤ ਮਾਨਵ ਕੀ ਟਟ ਪੈ ਅਬਲਾਇਓ। ਅੱਜ ਇਸ ਵੇਈ ਨਦੀ ਦੇ ਕਿਨਾਰੇ ਬੈਠ ਕੇ ਭਾਵੇਂ ਕੋਈ ਮਰਦ ਹੈ ਭਾਵੇਂ ਕੋਈ ਔਰਤ ਹੈ, ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰੇ ਬਗੈਰ ਨਹੀਂ ਰਿਹਾ ਜਾਂਦਾ। ਸਤਿਗੁਰਾਂ ਦੇ ਗੁਣਾਂ ਨੂੰ ਸਾਰੇ ਚਿਤਵਦੇ ਨੇ। ਜੋ ਪਰਸਨਲੀ ਪਲ ਬਤੀਤ ਹੋਏ, ਕੋਈ ਗੁਰੂ ਸਾਹਿਬ ਨੂੰ ਮਿਲਿਆ, ਕਿਸੇ ਨੇ ਬਚਨ ਕੀਤੇ, ਕਿਸੇ ਨੇ ਦਾਨ ਮੰਗਿਆ, ਅੱਜ ਉਹ ਕੱਲੀ ਕੱਲੀ ਗੱਲ ਅੱਖਾਂ ਦੇ ਸਾਵੇ ਆ ਗਈ। ਲੋਕ ਰੋਂਦੇ, ਧਾਹਾਂ ਮਾਰਦੇ ਆ। ਆਪਣੇ ਨਾਲ ਬੀਤਿਆ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਬੜੇ ਪਿਆਰ ਚ ਮਗਨ ਹੋ ਕੇ ਦੱਸਦੇ ਨੇ। ਕਿਉ ਤੇ ਥਾਂ ਲਖੇ ਬਿਨ ਥਾਹੇ, ਖਰੀ ਸੁਖ ਚਾਹੇ ਨਾ ਕੋ ਵਿਦਿਆਇਓ। ਇਸ ਵੇਈ ਨਦੀ ਨੂੰ ਧੁਰ ਤੋਂ ਲੈ ਕੇ ਧੁਰ ਤੱਕ, ਬੜੀ ਦੂਰ ਦੂਰ ਤੱਕ, ਜਿੱਥੋਂ ਤੱਕ ਸੁਲਤਾਨਪੁਰ ਲੋਧੀ ਦੀ ਹੱਦ ਪੈਂਦੀ ਸੀ, ਉਹ ਤੋਂ ਵੀ ਅੱਗੇ ਤੱਕ ਜਾ ਕੇ ਖੋਜਿਆ ਗਿਆ, ਲੱਭਿਆ ਗਿਆ ਵੀ ਕਿਤੇ ਚੱਲਦੇ ਵੇਗ ਵਿੱਚ ਸਰੀਰ ਅੱਗੇ ਨਾ ਚਲਿਆ ਗਿਆ ਹੋਵੇ। ਹੁਣ ਤੇ ਜ਼ਮਾਨੇ ਨੇ ਆਦਤ ਛੱਡ ਦਿੱਤੀ ਆ ਵੀ ਇੰਨੀ ਦੇਰ ਪਾਣੀ ਵਿੱਚ ਕੋਈ ਜਿਉਂਦਾ ਰਹਿ ਹੀ ਨਹੀਂ ਸਕਦਾ। ਜਦ 4 ਘੰਟਿਆਂ ਤੋਂ ਵੱਧ ਕੇ ਸਮਾਂ ਅੱਜ ਵੀ ਹੋ ਜੇ ਨਾ ਕਿਸੇ ਸਰੀਰ ਨੂੰ ਡੁੱਬਿਆ, ਉਦੋਂ ਕੋਈ ਇਹ ਨਹੀਂ ਕਹਿੰਦਾ ਵਿਅਕਤੀ ਡੁੱਬਿਆ, ਲੋਕੀ ਕਹਿੰਦੇ ਡੈੱਡ ਬਾਡੀ ਲੱਭਣੀ, ਲਾਸ਼ ਚਾਹੀਦੀ, ਸਰੀਰ ਚਾਹੀਦਾ, ਉਹਦੀ ਖੋਜ ਚੱਲਦੀ ਹੈ। ਅੱਜ ਵੀ ਨਹਿਰਾਂ, ਕਸੀਆਂ, ਦਰਿਆਵਾਂ, ਸਮੁੰਦਰਾਂ ਦੇ ਵਿੱਚ 4 ਘੰਟਿਆਂ ਤੋਂ ਬਾਅਦ ਸਰੀਰ ਮ੍ਰਿਤ ਨੂੰ ਲੱਭਿਆ ਜਾਂਦਾ ਹੈ। ਮ੍ਰਿਤਕ ਸਰੀਰ ਦੀ ਖੋਜਬੀਨ ਜਾਰੀ ਹੈ, ਪਰ ਕਿਤੋਂ ਵੀ ਪ੍ਰਤੀਤ ਨਹੀਂ ਹੁੰਦਾ, ਪਤਾ ਹੀ ਨਹੀਂ ਲੱਗਦਾ। ਕਹਿੰਦੇ ਇੱਥੇ ਜਦੋਂ ਸਾਰੇ ਵਾਪਸ ਮੁੜਨੇ ਸ਼ੁਰੂ ਹੋ ਗਏ, ਕੁਝ ਲੋਕਾਂ ਦੀ ਹਾਲਤ ਐਸੀ ਹੈ ਜਿਵੇਂ ਪਿਆਰ ਵਿਛੋੜੇ ਵਿੱਚ ਇੱਕ ਔਰਤ ਨਦੀ ਦੇ ਕਿਨਾਰੇ ਖੜ ਕੇ ਰੋਵੇ। ਪੁਲ ਹੋਵੇ ਨਾ, ਸੱਜਣ ਪਿਆਰੇ ਨੂੰ ਮਿਲਣ ਜਾਣਾ ਹੈ। ਭਾਈ ਸੰਤੋਖ ਸਿੰਘ ਨੇ ਬੜਾ ਸੋਹਣਾ ਪ੍ਰਮਾਣ ਮਿਲਿਆ, ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲੈ ਉਸਾਸਾ ਬਾਣੀ ਦਾ ਪੈਸਾ। ਔਰਤ ਆਪਣੇ ਪਿਆਰੇ ਸੱਜਣ ਦਾ ਰਾਹ ਲੱਭ ਰਹੀ ਹੈ, ਪਤੀ ਦਾ ਰਾਹ ਵੇਖਦੀ ਹੈ, ਪਰ ਰਾਹ ਵਿੱਚ ਨਹੀਂ ਮਿਲਿਆ। ਕਹਿੰਦੇ ਹਾਲਤ ਕੈਸੀ ਹੈ, ਅੰਦਰ ਦੀ ਉਹ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ। ਉਰਨਾ ਭੀਜੈ ਪੱਗ ਨਾ ਖੀਸੈ, ਹਰ ਦਰਸ਼ਨ ਕੀ ਆਸਾ। ਜਿਵੇਂ ਰੱਬ ਦੇ ਪਿਆਰੇ ਰੱਬ ਦੀ ਆਸ ਰੱਖਦੇ ਨੇ, ਇੱਕ ਔਰਤ ਆਪਣੇ ਸੱਜਣ ਤੋਂ ਵਿਛੜੀ ਹੋਈ ਉਹਦੀ ਤਾਂਘ ਦੇ ਵਿੱਚ, ਉਹਦੀ ਚਾਹਤ ਵਿੱਚ ਤੜਫਦੀ ਹੈ। ਕਹਿੰਦੀ ਇੱਥੇ ਸੁਲਤਾਨਪੁਰ ਦੀਆਂ ਜਿੰਨੀਆਂ ਮੂਰਤਾਂ ਨੇ, ਗੁਰੂ ਨਾਨਕ ਸਾਹਿਬ ਦੀ ਤੜਫ 'ਚ ਏਦਾਂ ਖੜੀਆਂ ਨੇ ਵੇਈ ਦੇ ਕਿਨਾਰੇ, ਜਿਵੇਂ ਔਰਤ ਇਸ ਪਾਰ ਤੋਂ ਦੂਜਾ ਪਾਰ ਤੱਕਦੀ ਹੋ। ਪੁਲ ਨਹੀਂ ਹੈ, ਦਰਿਆ ਚੜਿਆ ਹੋਇਆ ਹੈ। ਕਦ ਇਹ ਦਰਿਆ ਨੀਵਾਂ ਹੋ ਜੇ ਤੇ ਮੈਂ ਇਸ ਦਰਿਆ ਨੂੰ ਪਾਰ ਕਰਕੇ ਜਾਵਾਂ ਮਿਲਣ ਵਾਸਤੇ। ਪਰ ਕਹਿੰਦੇ ਐਸੀ ਔਰਤ ਨੂੰ ਅਬਲਾ ਕਿਹਾ ਜਾਂਦਾ ਹੈ। ਇੱਥੇ ਅਬਲਾ ਸ਼ਬਦ ਵਰਤਿਆ। ਅਬਲਾ ਕਹਿੰਦੇ ਵਿਚਾਰੀ, ਜਿਹਦੀ ਹਾਲਤ ਤਰਸਯੋਗ ਹੋਵੇ, ਜਿਹਨੂੰ ਜ਼ਮਾਨੇ ਤੋਂ ਬੜੇ ਉਲਾਂਭੇ ਸ਼ਿਕਵੇ ਹੋਣ, ਸ਼ਿਕਾਇਤਾਂ ਹੋਣ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਕਹਿੰਦੇ ਬੜਿਆਂ ਨੂੰ ਉਲਾਂਭੇ ਹੋਏ, ਮਨ ਹੀ ਮਨ ਉਲਾਂਭੇ ਦੇ ਰਹੇ ਆ। ਮਹਾਰਾਜ ਉਮਰ ਨਹੀਂ ਸੀ ਜਾਣਦੀ, ਕਿਸ ਉਮਰੇ ਆਪ ਜੀ ਨੇ ਕੈਸਾ ਚੋਜ ਵਰਤਾ ਦਿੱਤਾ। ਜੇ ਐਦਾਂ ਹੀ ਵਿਛੜਨਾ ਸੀ ਫਿਰ ਮਿਲੇ ਕਿਉਂ ਸੀ। ਸਰਿਤ ਸਭ ਖੋਜ ਫਿਰੇ ਤਿਹ ਰੋਜ, ਨਾ ਜਾਣਤ ਕੋ ਜੋ ਕਹਾਂ ਗਤ ਕੀਨੀ। ਅੱਜ ਰਾਤ ਭਰ ਵੀ ਬਤੀਤ ਹੋਈ, ਖੋਜਬੀਨ ਚੱਲਦੀ ਹੈ। ਜਿੱਥੇ ਵੀ ਕਿਤੇ ਪਾਣੀ ਵਿੱਚ ਕੋਈ ਘੁੰਮਣ ਘੇਰੀ ਦਿਸਦੀ ਹੈ, ਕੋਈ ਆਵਾਜ਼ ਆਉਂਦੀ ਹੈ, ਝੱਟ ਗੋਤਾਖੋਰ ਛਾਲ ਮਾਰਦੇ ਤੇ ਜਾਲ ਪਾ ਲੈਂਦੇ, ਪਰ ਮਿਲਦਾ ਕੁਛ ਨਹੀਂ। ਦਿਨ ਚੜ੍ਹ ਗਏ, ਸੂਰਜ ਚੜ੍ਹਿਆ, ਫੇਰ ਇੱਕ ਆਸ ਰੱਖ ਕੇ ਆਏ ਨੇ ਕਿਤੇ ਨਾ ਕਿਤੇ ਸਰੀਰ ਮਿਲ ਜੇ। ਦੂਜਾ ਦਿਨ ਹੈ, ਦੂਜੇ ਦਿਨ ਵੀ ਪਹਿਲੇ ਦਿਨ ਵਾਂਗ ਨਵਾਬ ਸਾਹਿਬ ਆਪ ਪਹੁੰਚੇ ਆ। ਨਵਾਬ ਦੌਲਤ ਖਾਂ ਕਿੰਨਾ ਪ੍ਰੇਮ ਕਰਦੇ ਆ, ਵਾਧੇ ਘਾਟੇ ਜ਼ਿੰਦਗੀ 'ਚ ਹੁੰਦੇ ਰਹਿੰਦੇ ਆ, ਹਿਸਾਬ ਕਿਤਾਬ ਆਪਣੀ ਥਾਂ ਤੇ ਆ, ਪਰ ਜੀਆਂ ਦਾ ਘਾਟਾ ਕੌਣ ਬਰਦਾਸ਼ਤ ਕਰਦਾ। ਸਮੇਂ ਦਾ ਨਵਾਬ ਜੀ ਨੇ ਰਾਤ ਭਰ ਰੋਟੀ ਨਹੀਂ ਖਾਧੀ, ਪਾਣੀ ਨਹੀਂ ਪੀਤਾ, ਬਹੁਤ ਚਿੰਤਾ 'ਚ ਹੈ। ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਤੋਂ ਪ੍ਰਭਾਵਿਤ ਸੀ। ਜਿੰਨੇ ਲੋਕ ਸਤਿਗੁਰਾਂ ਦੇ ਨਾਲ ਬੈਠ ਕੇ ਹਿਸਾਬ ਕਿਤਾਬ ਕਰਦੇ ਸੀ, ਉਹ ਫਿਕਰਮੰਦ ਨੇ।
ਕਹਿੰਦੇ ਅੱਜ ਮੋਦੀ ਖਾਨਾ ਖੁੱਲ੍ਹਾ ਹੈ, ਨਾ ਕੋਈ ਲੁੱਟਦਾ ਏ ਨਾ ਕੋਈ ਲਟਾਉਂਦਾ ਏ। ਭਾਈ ਬਾਲਾ ਜੀ ਬੜੇ ਗਮਗੀਨ ਹੋ ਕੇ, ਮਨ ਭਰਿਆ ਹੋਇਆ, ਚੁੱਪਚਾਪ ਬੈਠੇ ਨੇ, ਬੁਲਾਉਂਦੇ ਨਹੀਂ ਕਿਸੇ। ਆਉਂਦੇ ਨੇ ਬੇਈ ਤੇ ਗੇੜਾ ਮਾਰ ਜਾਂਦੇ ਆ, ਮੋਦੀ ਖਾਨੇ ਜਾ ਕੇ ਬਹਿ ਜਾਂਦੇ ਆ। ਗਮ ਇਸ ਗੱਲ ਦਾ ਹੈ, ਸੱਜਣਾ ਜਾਂਦਿਆਂ ਸਾਨੂੰ ਤੇ ਦੱਸ ਜਾਂਦੇ ਆ। ਜਿਨ੍ਹਾਂ ਨਾਲ ਪ੍ਰੀਤ ਐਡੀ ਗੂੜੀ, ਜਿਨ੍ਹਾਂ ਨਾਲ ਪਿਆਰ ਇੰਨਾ ਵੱਡਾ, ਉਹਨਾਂ ਨੂੰ ਵੀ 2 ਦਿਨ ਪਹਿਲਾਂ ਕਹਿਤਾ ਤੁਸੀਂ ਘਰ ਰਹਿਣਾ। ਭਾਈ ਬਾਲਾ ਜੀ ਭੈਣ ਜੀ ਦੇ ਘਰ ਰਿਹਾ ਕਰੋ, ਨਾਲ ਨਹੀਂ ਰੱਖਿਆ। ਐਸਾ ਭਾਣਾ ਵਰਤਾਉਣ ਤੋਂ ਬਾਅਦ, ਪਰ ਕਿਤੇ ਨਾ ਕਿਤੇ ਭਾਈ ਬਾਲਾ ਜੀ ਜਾਣਦੇ ਸੀ ਮਹਾਰਾਜ ਦੀ ਖੇਡ ਹੋ ਸਕਦੀ ਹੈ, ਕੋਈ ਏਦਾਂ ਵਿਛੋੜਾ ਨਹੀਂ ਦੇ ਸਕਦਾ। ਮਨ ਮੰਨਦਾ ਸੀ ਅੰਦਰੋਂ, ਕਿਉਂਕਿ ਪ੍ਰੇਮ ਹੈ। ਜਿੱਥੇ ਪ੍ਰੇਮ ਸੱਚਾ ਹੋਵੇ ਨਾ, ਉੱਥੇ ਦੁਨੀਆ ਦੇ ਵਿੱਚ ਕੁਛ ਵੀ ਟੁੱਟ ਜਾਵੇ ਪਰ ਫਰਕ ਜਾ ਨਹੀਂ ਪੈਂਦਾ। ਭਾਈ ਬਾਲਾ ਜੀ ਰੋਂਦੇ ਨਹੀਂ, ਚੁੱਪ ਬੈਠੇ ਆ, ਬਸ ਬੋਲਦੇ ਨਹੀਂ ਕਿਸੇ, ਨਾ ਕੁਝ ਖਾਂਦੇ ਪੀਂਦੇ, ਅੰਦਰੋਂ ਅੰਦਰ ਦਰਦ ਮਹਿਸੂਸ ਕਰਦੇ ਨੇ। ਬਿਸਮਾਦ ਹਿਰਦੈ ਪਛਤਾਏ ਪਏ, ਪੁਨਿਆਦ ਕੀ ਦਾਸ ਕੋ ਬਾਤ ਬਜੀਨੀ। ਹੁਣ 2 ਚੀਜ਼ਾਂ ਇੱਥੇ ਚੱਲ ਰਹੀਆਂ ਨੇ, ਇੱਕ ਤੇ ਪਛਤਾਵਾ, ਦੂਜੀ ਹੈਰਾਨੀ। ਦੋਨੋਂ ਬਰਾਬਰ ਨੇ। ਹੈਰਾਨੀ ਇਸ ਗੱਲ ਦੀ ਹੈ ਵੀ ਇਹ ਕੋਈ ਉਮਰ ਹੈ ਡੁੱਬਣ ਦੀ। ਸਮਾਜਿਕ ਤੌਰ ਕੋਈ ਲੜਾਈ ਨਹੀਂ ਹੋਈ, ਝਗੜਾ ਨਹੀਂ ਕਿਸੇ ਨਾਲ ਹੋਇਆ, ਕਿਸੇ ਨਾਲ ਦੇਣਦਾਰੀ ਨਹੀਂ, ਚੁੱਪ ਚਪੀਤੇ ਸੇਵਕ ਨਾਲ ਆਏ ਨੇ, ਚੁੱਪੀ ਲਾਈ, ਲੱਭੇ ਨਹੀਂ ਮੁੜ ਕੇ। ਹੈਰਾਨੀ ਤੇ ਹੈ। ਪਛਤਾਤਾਪ ਇਹ ਹੈ, ਕੀ ਪਤਾ ਹੁਣ ਕਦੇ ਦੀਦਾਰ ਨਾ ਹੀ ਹੋਵਣ, ਆਖੋ ਸਤਨਾਮ। ਦਿਲ ਰੋਂਦਾ ਸਭ ਦਾ, ਖਰੇ ਉਸ ਮੂਰਤ ਨੂੰ ਤੱਕਾਂਗੇ ਜਾਂ ਨਹੀਂ। ਜਿੰਨਾ ਕਦੇ ਹੱਸ ਮੋਦੀ ਖਾਨੇ ਦੀ ਹੱਟ ਤੇ ਲੋਕਾਂ ਦੀਆਂ ਝੋਲੀਆਂ ਭਰੀਆਂ ਨੇ। ਮਾਮਿਆ ਗਰਨਨ ਨਾਹਣ ਬਰੇ, ਨਿਕਸੇ ਨਾ ਟਟਿੰਗ ਤੁਬਕੀ ਇੱਕ ਲੀਨੀ। ਜਿਹੜਾ ਸਿੱਖ ਸਤਿਗੁਰਾਂ ਦੇ ਨਾਲ ਬੈਠਾ ਸੀ ਨਾ ਨਦੀ ਕਿਨਾਰੇ, ਉਹਦਾ ਨਾਂ ਸੀ ਭਾਈ ਪੈੜਾ। ਉਹ 3 ਦਿਨ ਤੋਂ ਕਿਤੇ ਨਹੀਂ ਗਿਆ ਜੀ। ਕੱਪੜੇ ਚੁੱਕੇ ਨਵਾਬ ਕੋਲ ਆਇਆ, ਉਹ ਤੋਂ ਬਾਅਦ ਫੇਰ ਨਦੀ ਕਿਨਾਰੇ ਆਇਆ, ਨਾ ਕੁਝ ਖਾਵੇ ਨਾ ਕੁਝ ਪੀਵੇ, ਬਸ ਰੋਈ ਜਾਂਦਾ, ਰੋਈ ਹੋ ਜਾਂਦਾ। ਜਿਸ ਵੇਲੇ ਕਹਿੰਦੇ ਚਿੰਤਾ ਬਹੁਤ ਹੈ, ਮਨ ਭਰਿਆ ਹੋਇਆ ਹੈ, ਮਨ ਦੁਖੀ ਬੜਾ ਹੈ, ਉਸ ਵੇਲੇ ਕੁਛ ਲੋਕ ਆਉਂਦੇ ਨੇ ਆਪਣੇ ਦਿਲ ਨੂੰ ਧਰਵਾਸਾ ਦੇਣ ਵਾਸਤੇ, ਆਪਣੇ ਦਿਲ ਨੂੰ ਹੌਸਲਾ ਦੇਣ ਵਾਸਤੇ। ਸਿੱਖ ਨੂੰ ਆ ਕੇ ਪੁੱਛਦੇ ਆ, ਕਹਿੰਦੇ ਗੁਰੂ ਸਾਹਿਬ ਉਦੋਂ ਕਿੱਥੇ ਪੈਰ ਰੱਖਿਆ ਸੀ ਜਦ ਤੂੰ ਸੀ, ਕਿੱਥੇ ਵੇਖਿਆ ਸੀ? ਜਦ ਕੋਈ ਘਟਨਾਕ੍ਰਮ ਹੁੰਦਾ ਨਾ, ਜਿਸ ਵਿਅਕਤੀ ਦੇ ਸਾਹਮਣੇ ਹੋਇਆ ਹੁੰਦਾ, ਜਾਂ ਜਿਹਨੂੰ ਮਾੜੀ ਮੋਟੀ ਨੌਲੇਜ ਹੁੰਦੀ ਹੈ, ਮੰਨ ਲਓ ਕੋਈ ਦੁਨਿਆਵੀ ਤੌਰ 'ਤੇ ਐਕਸੀਡੈਂਟ ਹੁੰਦਾ, ਕੋਈ ਵਿਅਕਤੀ ਹਸਪੀਟਲ ਖੜਾ ਹੁੰਦਾ ਹੈ, ਤੇ ਸਾਰਾ ਪਰਿਵਾਰ, ਸਾਰੇ ਲੋਕ ਬਾਰ-ਬਾਰ ਗੱਲ ਰਿਪੀਟ ਕਰਦੇ ਆ ਵੀ ਜਦੋਂ ਹੋਇਆ ਸੀ, ਕੀ ਹੋਇਆ ਸੀ, ਕਿੱਦਾਂ ਹੋਇਆ ਸੀ, ਤੁਸੀਂ ਕਿੱਥੇ ਸੀ, ਫਲਾਣਾ ਕਿੱਥੇ ਸੀ, ਕੀ ਗੱਲ ਸੀ। ਇਹ ਕੀ ਹੈ? ਇਹ ਇੱਕ ਹੌਸਲਾ ਹੁੰਦਾ ਹੈ, ਮਨ ਨੂੰ ਸਕੂਨ ਮਿਲਦਾ ਹੈ ਪੁੱਛ ਕਹਿੰਦੇ ਉਹ ਸਿੱਖ ਦੇ ਕੋਲ ਆਲੇ ਦੁਆਲੇ ਸਾਰੇ ਬੈਠੇ, ਉਹਨੂੰ ਬਾਰ-ਬਾਰ ਪੁੱਛਦੇ ਆ, ਕਹਿੰਦੇ ਜਦ ਗੁਰੂ ਸਾਹਿਬ ਨੇ ਦਾਤਣ ਕੀਤੀ ਸੀ, ਤੈਨੂੰ ਕੋਈ ਪ੍ਰਭਾਵ ਲੱਗਿਆ ਸੀ ਚਿਹਰੇ ਤੇ? ਕੁਝ ਰੁੱਸੇ ਹੋਣ, ਕੁਝ ਗੁੱਸੇ 'ਚ ਬੋਲਿਆ ਹੋਵੇ, ਜਾਂ ਕੋਈ ਦੀਨ ਦੁਨੀਆ ਨਾਲ ਕੋਈ ਰੋਸਾ ਹੋਵੇ, ਕੋਈ ਨਵਾਬ ਪ੍ਰਤੀ ਗੱਲਬਾਤ, ਕੋਈ ਘਰੋਂ ਗੱਲ ਹੋਈ ਹੋਵੇ ਮੋਦੀ ਖਾਨੇ? ਕਹਿੰਦਾ ਨਾ ਜੀ, ਜਿਵੇਂ ਸੁਭਾਵਕ ਆਮ ਗੱਲਾਂ ਕਰਦੇ ਸੀ ਉਵੇਂ ਹੀ ਗੁਰੂ ਸਾਹਿਬ ਮੇਰੇ ਨਾਲ ਹੱਸ ਕੇ ਬੋਲੇ ਆ। ਆਹ ਥਾਂ ਏ ਜਿੱਥੇ ਮਰਦ ਨੇ ਚਰਨ ਰੱਖਿਆ ਸੀ, ਉਤਰੇ ਮੁਖ ਧੋਤੇ, ਪਾਣੀ ਵਿੱਚ ਵਾਹਿਗੁਰੂ ਕਹਿ ਕੇ, ਸਤਿ ਕਰਤਾਰ ਕਹਿ ਕੇ ਚੁੱਪੀ ਲਾਈ, ਮੁੜ ਬਾਹਰ ਆਏ ਨਹੀਂ। ਬਹੁ ਬਾਰ ਨਿਹਾਰ ਕੇ ਬਾਰ ਤਬੈ, ਬਿਨ ਬਾਰ ਨਿਭਾਵ ਕੋ ਮੈਂ ਸੁਧ ਦੀਨੀ। ਉਹ ਸਿੱਖ ਦੱਸਦਾ, ਕਹਿੰਦਾ ਜੀ ਮੈਂ 5-7 ਮਿੰਟ ਤੇ ਕੋਲ ਬੈਠਾ ਰਿਹਾ ਵੀ ਚੱਲ ਕੋਈ ਗੱਲ ਨਹੀਂ, ਅੱਗੇ ਵੀ ਮਰਦ ਚੁੱਪੀਆਂ ਲਾ ਲੈਂਦੇ ਆ। ਜਦ ਥੋੜੀ ਦੇਰ ਬਾਅਦ ਪਾਣੀ ਸ਼ਾਂਤ ਹੋ ਗਿਆ, ਮੈਂ ਭੱਜ ਕੇ ਆਇਆ, ਉਹ ਆਜਾਂ ਮਾਰੀਆਂ ਗੁਰੂ ਸਾਹਿਬ ਨੂੰ। ਮੈਂ ਪਾਣੀ ਵਿੱਚ ਪ੍ਰਵੇਸ਼ ਵੀ ਹੋਇਆ, ਵੇਖਿਆ ਮੈਨੂੰ ਸਤਿਗੁਰ ਨਜ਼ਰ ਨਹੀਂ ਆਏ। ਕਈ ਘੰਟਿਆਂ ਤੱਕ ਮੈਂ ਗੁਰੂ ਸਾਹਿਬ ਦੀ ਉਡੀਕ ਕੀਤੀ, ਜਦ ਮੈਨੂੰ ਆਰ ਪਾਰ ਕੁਛ ਨਜ਼ਰ ਨਹੀਂ ਆਇਆ, ਮੇਰੀ ਸਮਝ ਨਹੀਂ ਆਈ, ਮੈਂ ਦੌੜ ਕੇ ਨਵਾਬ ਸਾਹਿਬ ਕੋਲ ਆਇਆ ਵੀ ਆਹ ਘਟਨਾ ਵਰਤ ਗਈ। ਕਿਉਂਕਿ ਸਮੇਂ ਦੀ ਹਕੂਮਤ ਹੈ, ਸਮੇਂ ਦਾ ਨਵਾਬ, ਉਹ ਸਿੱਖ ਨੂੰ ਵੀ ਪੁੱਛਦੇ ਆ, ਬਾਰ-ਬਾਰ ਪੁੱਛਦੇ ਆ। ਭਾਵੇਂ ਕਿਸੇ ਦੇ ਘਰ ਤੋਂ ਕੋਈ ਚੜ੍ਹਾਈ ਕਰਦੇ, ਜਦੋਂ ਪੁਲਿਸ ਕੇਸ ਬਣਦਾ ਨਾ, ਟੱਬਰ ਨੂੰ ਵੀ ਇਕੱਲੇ ਬਿਠਾ ਪੁੱਛਦੇ ਆ ਵੀ ਤੇਰੇ ਨਾਲ ਕੋਈ ਗੱਲ ਤਾਂ ਨਹੀਂ ਹੋਈ,
ਕੁਝ ਆਖਰ ਵੇਲੇ ਕੀ ਹੋਇਆ ਸੀ, ਕੀ ਕਹਿੰਦਾ ਸੀ, ਕੀ ਖਾਧਾ, ਕੀ ਬੋਲਿਆ। ਕਹਿੰਦੇ ਸਿੱਖ ਨੂੰ ਬਿਠਾ ਕੇ ਪੁੱਛਦੇ ਆ ਜੀ, ਇਨਫੋਰਮੇਸ਼ਨ ਲੈ ਰਹੇ ਆ ਤਾਂ ਜੋ ਉਹਨਾਂ ਸੋਰਸਾਂ ਤੱਕ ਪਹੁੰਚਿਆ ਜਾਏ। ਆਖਰ ਉਹ ਕਿਹੜੀ ਗੱਲ ਸੀ ਜਿਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੇਡ ਵਰਤਾਈ ਹੈ। ਇਹ ਦੇਖੋ ਦੁਨਿਆਵੀ ਵਰਤਾਰਾ ਹੈ। ਇਹ ਵਰਤਾਰੇ ਦਾ ਭਾਵ ਕੀ ਹੈ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਲੋਕੀ ਦਿਲ ਜਾਨ ਤੋਂ ਵੱਧ ਕੇ ਪਿਆਰ ਕਰਦੇ ਸੀ। ਇਹ ਉਸ ਪਿਆਰ ਦੀ ਤੜਫਣਾ ਹੈ। ਉਹ ਸਿੱਖ ਦੀਆਂ ਗੱਲਾਂ ਸੁਣ ਦਿਲਾਸਾ ਮਿਲਦਾ ਹੈ, ਕਿਉਂਕਿ ਉਹ ਸੱਜਣ ਦਾ ਅੰਤਮ ਦੀਦਾਰ ਕਰਨ ਵਾਲਾ ਹੈ। ਅੰਤਮ ਸਮੇਂ ਉਹ ਗੁਰੂ ਸਾਹਿਬ ਦੇ ਨਾਲ ਸੀ। ਇਸ ਘਟਨਾ ਤੋਂ ਪਹਿਲਾਂ ਉਹ ਸਿੱਖ ਨੇ ਆਖਿਆ, ਨਵਾਬ ਨੇ ਪੁੱਛਿਆ, ਸਾਰੀ ਗੱਲ ਦੱਸੀ, ਰੋ ਪਿਆ। ਉਹ ਤੇ ਆਪ ਦੁਖੀ ਹੈ ਜੀ। ਕਹਿੰਦਾ 2 ਦਿਨ ਹੋ ਗਏ ਮੈਨੂੰ ਭੁੱਖ ਨਹੀਂ ਲੱਗਦੀ, ਮੈਨੂੰ ਪਿਆਸ ਨਹੀਂ ਲੱਗਦੀ। ਆ ਕੱਪੜੇ ਨੇ ਮੇਰੇ ਕੋਲ ਗੁਰੂ ਨਾਨਕ ਸਾਹਿਬ ਜੀ ਦੇ, ਮੈਂ ਲੈ ਕੇ ਕਿੱਥੇ ਜਾਵਾਂ। ਔਰ ਭੂਰ ਬਿਸੂਰਤ ਦੌਲਤ ਖਾਂ, ਸਹਿਸੋਂ ਕਹਵੇ ਲੋਕਨ ਸੋ ਬਚ ਪਰਾਹੀ। ਇਹਨਾਂ ਬਚਨਾਂ ਨੂੰ ਸੁਣਦਾ ਕੋਲ ਬੈਠਾ ਨਵਾਬ ਦੌਲਤ ਖਾਂ, ਨਦੀ ਦੇ ਕਿਨਾਰੇ ਬੈਠਾ ਵੇਈ ਦੇ, ਤੇ ਸਿੱਖ ਰੋਇਆ। ਕਹਿੰਦਾ ਰੋਜ਼ ਕੱਪੜੇ ਮਰਦ ਦੇ ਫੜ ਕੇ ਖੜਦਾ ਸੀ, ਗੁਰੂ ਸਾਹਿਬ ਕੱਪੜੇ ਮੰਗ ਲੈਂਦੇ ਸੀ, ਪਹਿਨਾ ਦਿੰਦਾ ਸੀ। ਅੱਜ ਜ਼ਿੰਦਗੀ 'ਚ ਪਤਾ ਨਹੀਂ ਕਾਲਾ ਦਿਨ ਕਿੱਥੋਂ ਆ ਗਿਆ। ਕੱਪੜੇ ਮੇਰੇ ਕੋਲ ਨੇ, ਪਰ ਇਹਨਾਂ ਕੱਪੜਿਆਂ ਦਾ ਮਾਲਕ ਅਜੇ ਤੱਕ ਮੁੜ ਨਹੀਂ ਆਇਆ। ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਜੀ ਦੇ ਵਸਤਰਾਂ ਨੂੰ ਚੁੰਮ ਕੇ ਗਲ ਲਾ ਕੇ ਸਿੱਖ ਰੋਂਦਾ ਹੈ। ਉਹ ਕਿੰਨੀ ਭਾਵਨਾ ਗੁਰੂ ਸਾਹਿਬ ਨਾਲ ਹੈ ਜੁੜੀ, ਕਿੰਨਾ ਪਿਆਰ ਹੈ। ਉਹਨੂੰ ਇਹ ਕਿਤੇ ਫੀਲ ਹੁੰਦਾ ਹੈ, ਅੰਦਰੋਂ ਅੰਦਰ ਮਨ ਪਛਤਾਉਂਦਾ ਹੈ, ਕਿਤੇ ਇਸ ਘਟਨਾ ਪਿੱਛੇ ਮਨਾਂ ਤੈਥੋਂ ਤਾਂ ਨਹੀਂ ਕੋਈ ਪਾਪ ਹੋ ਗਿਆ। ਤੂੰ ਅੰਤਮ ਸਮੇਂ ਨਾਲ ਸੀ। ਬੇਸ਼ੱਕ ਇਹ ਮਰਦ ਦੀ ਖੇਡ ਹੈ, ਦੁਨੀਆ ਨਹੀਂ ਸਮਝ ਸਕਦੀ। ਦੁਨੀਆ ਦਾ ਜਿੰਨਾ ਤਾਲਾ ਉਹਨਾਂ ਉੱਥੇ ਤੱਕ ਹੀ ਸੋਚਣਾ ਹੈ। ਜਦੋਂ ਨਵਾਬ ਦੌਲਤ ਖਾਨ ਨੇ ਸਿੱਖ ਦੇ ਹੰਝੂ ਵੇਖੇ ਨਾ, ਸਿੱਖ ਤੋਂ ਬੋਲ ਸੁਣੇ, ਕਹਿੰਦੇ ਨਵਾਬ ਸਾਹਿਬ ਇੰਨੇ ਭਾਵੁਕ ਹੋ ਗਏ, ਅੰਦਰੋਂ ਅੰਦਰ ਪਛਤਾ ਰਹੇ ਆ, ਦੁਖੀ ਨੇ, ਇੰਨੇ ਦੁਖੀ। ਇਹ ਸੋਚਦੇ ਆ ਅਸੀਂ ਹੀਰਾ ਗਵਾ ਲਿਆ। ਜ਼ਿੰਦਗੀ ਭਰ ਅਸੀਂ ਗੁਰੂ ਨਾਨਕ ਸਾਹਿਬ ਨੂੰ ਪਛਾਣ ਨਾ ਸਕੇ। ਜਦੋਂ ਹਿਸਾਬ ਕਿਤਾਬ 'ਚੋਂ ਬਰੀ ਹੁੰਦੇ ਸੀ, ਸ਼ਰਧਾ ਸਾਡੀ ਬਣ ਜਾਂਦੀ ਸੀ, ਫੇਰ ਲੋਕਾਂ ਪਿੱਛੇ ਲੱਗ ਕੇ ਅਸੀਂ ਬਦਲ ਜਾਂਦੇ ਸੀ। ਅੱਜ ਉਹਨਾਂ ਚੀਜ਼ਾਂ ਤੇ ਸਮੇਂ ਦੇ ਨਵਾਬ ਨੂੰ ਪਛਤਾਤਾਪ ਹੁੰਦਾ ਏ। ਬਹੁ ਨੇਕ ਵਿਵੇਕੀ ਅਨੇਕ ਗੁਨਾ, ਨਾਰਿਓਗਨ ਏਕ ਬਿਲੋਕਨ ਨਾਹੀ। ਮੁਸਲਮਾਨਾਂ ਦਾ ਨਵਾਬ ਦੌਲਤ ਖਾਂ ਫਿਰ ਰੋ ਕੇ ਬੋਲਿਆ, ਕਹਿੰਦਾ ਨੇਕਾਂ ਵਿੱਚੋਂ ਨੇਕ ਇਨਸਾਨ ਸਨ, ਗਿਆਨ ਦੀ ਮੂਰਤ, ਪ੍ਰੇਮ ਦੇ ਚਸ਼ਮੇ, ਕਹਿੰਦੇ ਐਸੇ ਸਨ ਜਿਨ੍ਹਾਂ ਦੇ ਵਿੱਚ ਅਵਗੁਣ ਨਾਮ ਦਾ ਨਿਸ਼ਾਨ ਕੋਈ ਨਹੀਂ। ਕਹਿੰਦੇ ਖੁਦਾ ਮੌਲਾ ਦਾ ਰੂਪ ਸੀ। ਆਖੋ ਸਤਿਨਾਮ। ਨਵਾਬ ਬੋਲਿਆ ਕਿੱਥੇ? ਵੇਈ ਨਦੀ ਦੇ ਕਿਨਾਰੇ। ਜਦੋਂ ਆ ਹੁਣ ਕਥਾ ਕਰ ਰਹੇ ਆ ਨਾ, ਸੁਣਦੇ ਆ, ਸੱਚ ਪੁੱਛੋ ਬੜੀ ਵਾਰ ਸੁਲਤਾਨਪੁਰ ਦੀ ਧਰਤੀ ਤੇ ਗਏ ਆ, ਬਹੁਤ ਵਾਰ। ਪਰ ਚਿੱਤ ਕਰਦਾ ਹੁਣ ਧਰਤੀ ਨੂੰ ਚੁੰਮ ਲਈਏ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਐਸੀ ਸ਼ੋਅ ਪ੍ਰਾਪਤ ਹੈ, ਐਸੇ ਚੋਜ ਵਰਤਾਏ ਆ। ਉਹ ਇੱਕ ਇੱਕ ਕਦਮ ਜਿੱਥੇ ਮੇਰੇ ਬਾਬੇ ਨੇ ਰੱਖਿਆ ਹੋਣਾ, ਉਹ ਕਿੰਨੀ ਪਾਵਨ ਧਰਤੀ ਦੀ ਮਿੱਟੀ ਹੋਣੀ। ਸਮੇਂ ਦਾ ਨਵਾਬ ਰੋ ਕੇ ਕਹਿੰਦਾ ਹੈ ਮੈਨੂੰ ਇਹੋ ਜਿਹਾ ਮੋਦੀ ਨਹੀਂ ਮਿਲਣਾ। ਰੋ ਰਿਹਾ। ਨਾਲ ਬੈਠੇ ਨਵਾਬ ਦੇ ਜਿੰਨੇ ਉਹਦੇ ਸਾਥੀ ਨੇ, ਅਹੁਦੇਦਾਰ ਨੇ, ਉਹ ਦਿਲਾਸਾ ਦਿੰਦੇ ਨੇ। ਧਨ ਸੁੰਦਰ ਕੋਮਲਤਾ ਜਨ ਮੰਦਰ, ਸਦਲ ਸੀ ਸਿਫਤੀ ਜਿਸ ਆਹੀ। ਕਹਿੰਦੇ ਜਿਨ੍ਹਾਂ ਦੀ ਸੰਦਲ ਚੰਦਨ ਵਰਗੀ ਸਿਫਤ ਸੀ, ਮਹਿਮਾ ਸੀ, ਬੜਾ ਪਿਆਰ ਤੇ ਮਿੱਠੇ ਕੋਮਲ ਬੋਲ ਸਨ ਜਿਨ੍ਹਾਂ ਦੇ ਹਲੀਮੀ ਭਰੇ। ਸਾਰੀ ਜ਼ਿੰਦਗੀ ਜਿਨ੍ਹਾਂ ਨੇ ਉਲਾਂਭਾ ਨਹੀਂ ਕਦੇ ਦਿੱਤਾ। ਨਵਾਬ ਉਹ ਚੇਤੇ ਕਰਦਾ ਹੈ ਵੀ ਮੇਰੇ ਕੋਲ ਇੰਨੇ ਆਫੀਸਰ ਆਏ, ਇੰਨੇ ਲੋਕ ਆਏ, ਰੋਜ਼ ਕਿਸੇ ਨਾ ਕਿਸੇ ਦਾ ਲਾਂਭਾ ਰਹਿੰਦਾ, ਮੇਰੀ ਬਦਲੀ ਕਰ ਦਿਓ ਜੀ, ਮੈਂ ਇੱਥੋਂ ਦੁਖੀ, ਮੈਂ ਉੱਥੋਂ ਦੁਖੀ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਕੋ ਦਿਨ ਜੈ ਰਾਮ ਜੀ ਨੇ ਮੋਦੀਖਾਨਾ ਖੋਲ੍ਹ ਕੇ ਦਿੱਤਾ। ਅੱਜ 11, 12, 13 ਸਾਲ ਹੋ ਗਏ, ਕਦੇ ਮੋਦੀਖਾਨੇ 'ਚ ਉਲਾਂਭਾ ਨਹੀਂ ਆਇਆ, ਕਦੇ ਛੱਡਿਆ ਨਹੀਂ ਉਹਨਾਂ ਨੇ ਵੀ ਛੱਡ ਕੇ ਲੰਘੇ ਕਿਤੇ ਪਿੱਛੋਂ ਪਰਵਾਹੀ ਨਹੀਂ ਕਰਨ ਲੱਗੇ। ਕਹਿੰਦਾ ਉਹਨਾਂ ਵਰਗਾ ਸੁਚੱਜਾ, ਸੁਚਾਰੂ, ਸਿਆਣਾ, ਗਿਆਨੀ ਤੇ ਪ੍ਰੇਮੀ ਕੌਣ ਹੋ ਸਕਦਾ ਏ। ਨਹਿ ਹਾਥ ਲਗੈ ਮੁਝ ਜਾਂ ਸਮ ਮੋਦੀ ਕੋ, ਕਾਰ ਭਲੀ ਬਿਨ ਕੀਨ ਨਿਵਾਹੇ। ਕੌਣ ਨਿਭਾਏਗਾ ਇਹਨਾਂ ਦੀ ਜ਼ਿੰਮੇਵਾਰੀ? ਕੌਣ ਚਲਾਊਗਾ ਮੋਦੀਖਾਨਾ?
ਜਿਨ੍ਹਾਂ ਨੇ ਕਦੇ ਘਾਟਾ ਪੈਣ ਹੀ ਨਹੀਂ ਦਿੱਤਾ। ਅੱਜ ਤੱਕ ਬੜੇ ਹਿਸਾਬ ਕਿਤਾਬ ਹੋਏ, ਦਿਲ ਖੋਲ ਖੋਲ ਦਾਨ ਕੀਤੇ। ਮੈਂ ਆਪ ਡੋਲ ਜਾਂਦਾ ਸੀ, ਆਪ ਘਬਰਾ ਜਾਂਦਾ ਸੀ। ਨਵਾਬ ਦੀ ਬੋਲੀ ਕਹਿੰਦੇ ਕੋਲ ਬੈਠੇ ਜੈ ਰਾਮ ਫੁੱਟ ਫੁੱਟ ਕੇ ਰੋਂਦੇ, ਫੁੱਟ ਫੁੱਟ ਕੇ। ਇਸ ਲਈ ਮੋਦੀ ਖਾਨੇ ਵਿੱਚ ਸਤਿਗੁਰਾਂ ਨੂੰ ਮੈਂ ਹੀ ਲਵਾਇਆ। ਮੈਨੂੰ ਕੀ ਪਤਾ ਸੀ ਗੁਰੂ ਸਾਹਿਬ ਨੂੰ ਮੈਂ ਇੱਥੇ ਰੱਖੂੰਗਾ, ਆਹ ਦਿਨ ਦੇਖਣੇ ਪੈਣਗੇ। ਦੁਖ ਦਾਰਨ ਮੈਂ ਅਤਿਆਰਤ ਚਿਤ, ਜੈ ਰਾਮ ਮਨੋ ਬਿਤ ਸੂਮ ਗਵਾਏ। ਜੈ ਰਾਮ ਤੇ ਬਸ ਭੁੰਜੇ ਹੀ ਬੈਠੇ ਆ, ਉਹਨਾਂ ਨੂੰ ਨਹੀਂ ਪਤਾ ਕਿਹੋ ਜਿਹੇ ਕੱਪੜੇ ਪਾਏ ਆ, ਕੀ ਖਾਦਾ ਕੀ ਨਹੀਂ ਖਾਦਾ। ਅੱਖਾਂ ਭਰੀਆਂ ਨਵਾਬ ਦੇ ਕੋਲ ਐਦਾਂ ਚੁੱਪ ਚਪੀਤੇ ਰੋਂਦੇ ਵੀ ਨਹੀਂ। ਮੁੱਕ ਗਿਆ ਰੋਣਾ, ਸ਼ਾਂਤ ਬੈਠੇ ਆ ਜਿਵੇਂ ਕਿਸੇ ਕੰਜੂਸ ਬੰਦੇ ਨੇ ਲੱਖਾਂ ਰੁਪਈਆ ਗਵਾ ਲਿਆ, ਸੋਚਦਾ ਨਹੀਂ ਨਾ ਬਾਅਦ ਚੋਂ ਕੁਛ। ਕਹਿੰਦੇ ਸਮਝੋ ਜੈ ਰਾਮ ਜੀ ਇੱਕ ਕੰਜੂਸ ਹਨ, ਜਿਨ੍ਹਾਂ ਨੇ ਹੀਰੇ ਵਰਗੇ ਪਰਮਾਤਮਾ ਨੂੰ ਸਰੀਰਕ ਤੌਰ ਤੇ ਅੱਜ ਗਵਾ ਲਿਆ। ਪੱਥਰ ਬਣੇ ਬੈਠੇ ਆ। ਮਨ ਸਵਾਲ ਕਰਦਾ ਹੈ, ਮਨ ਜਵਾਬ ਦਿੰਦਾ ਹੈ, ਮਨ ਹੀ ਦੁਖੀ ਕਰਦਾ ਏ। ਧਰ ਮੂਰਤ ਜਿਉ ਕਰਨਾਰਸ ਝੂਰਤ, ਅੰਬਕ ਅੰਬਜ ਮੈਂ ਅੰਬ ਛਾਏ। ਕਹਿੰਦੇ ਅੱਜ ਮੰਨ ਲਓ ਕਮਲ ਦਾ ਫੁੱਲ ਕਿਸੇ ਨੇ ਜੜ ਵੜ ਦਿੱਤੀ ਹੋਵੇ, ਉਹ ਜਿਹੜਾ ਕਿਤੇ ਖਿੜਿਆ ਹੁੰਦਾ ਸੀ ਅੱਜ ਸੁੱਕਦਾ ਜਾਂਦਾ ਹੈ। ਜੈ ਰਾਮ ਮੁਰਝਾਏ ਹੋਏ ਨੇ, ਮਨ ਦੁਖੀ ਬੜਾ ਹੈ, ਕੁਝ ਸਮਝ ਨਹੀਂ ਆਉਂਦਾ। ਰੋ ਪੈਂਦੇ ਨੇ, ਬੇਸੁੱਧ ਹੋ ਕੇ ਧਰਤੀ ਤੇ ਡਿੱਗ ਪੈਂਦੇ ਆ, ਫੇਰ ਉੱਠ ਪੈਂਦੇ, ਪਾਣੀ ਪਿਲਾਇਆ ਜਾਂਦਾ ਹੈ। ਬੜਾ ਵੱਡਾ ਵਿਛੋੜਾ ਲੱਗਾ ਹੈ। ਵਿਛੋੜਾ ਤੇ ਵਿਛੋੜਾ ਉਲਾਂਭਾ ਬਹੁਤ ਵੱਡਾ ਹੈ। ਆਪਣੀ ਧਰਮ ਪਤਨੀ ਨੂੰ ਜਾ ਕੇ ਕੀ ਜਵਾਬ ਦੇਣਾ। ਸਤਿਗੁਰਾਂ ਦੇ ਪਿਤਾ ਜੀ ਆਉਣਗੇ ਚਾਵਾਂ ਨਾਲ ਆਪਣੇ ਪੁੱਤਰ ਨੂੰ ਮਿਲਣ ਵਾਸਤੇ, ਮੈਨੂੰ ਪੁੱਛਣਗੇ ਜੈ ਰਾਮ ਨਾਨਕ ਜੀ ਕਿੱਥੇ ਆ। ਮੋਦੀ ਖਾਨੇ ਆਉਣਗੇ, ਨਜ਼ਰ ਨਹੀਂ ਆਉਣਗੇ। ਕਹਿੰਦੇ ਇੰਨਾ ਕੁਝ ਸੋਚ 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 ਸਿਰ ਫਟਣ ਨੂੰ ਆਉਂਦਾ ਹੈ। ਜੈ ਰਾਮ ਜੀ ਨੂੰ ਅੱਜ ਕੁਝ ਨਹੀਂ ਪਤਾ ਲੱਗਦਾ, ਦਿਨ ਹੈ ਕਿ ਰਾਤ ਹੈ। ਰੋ ਰੋ ਕੇ ਉਹ ਪਛਤਾਤਾਪ ਕਰਦੇ ਨੇ। ਧਨ ਸੀਸ ਕਹੀ ਜਗਦੀਸ਼ਵਰ ਕਿਆ ਬਿਦ, ਮੋਹਿ ਨਾ ਦੀ ਸਤ ਕੋਣ ਉਪਾਏ। ਸਿਰ ਵਿੱਚ ਹੱਥ ਮਾਰਦੇ ਨੇ, ਸਿਰ ਹਿਲਾਉਂਦੇ ਨੇ, ਉਲਾਂਭਾ ਦਿੰਦੇ ਸੱਚੇ ਪਾਤਸ਼ਾਹ ਕੀ ਗਲਤੀ ਹੋ ਗਈ ਸੀ ਮੈਥੋਂ। ਐ ਜਗਦੀਸ਼ਵਰ ਜਗ ਨੂੰ ਤਾਰਨ ਵਾਲਿਆ, ਐਸੀ ਕਿਹੜੀ ਨਾਰਾਜ਼ਗੀ ਸੀ ਸਾਡੇ ਨਾਲ, ਜਾਂਦਿਆਂ ਦੱਸ ਕੇ ਵੀ ਨਾ ਗਏ। ਆਖੋ ਸਤਿਨਾਮ, ਜਿਉਂਦੇ ਹੀ ਮਾਰ ਚੱਲੇ ਸਨ। ਰੋ ਪੈਂਦੇ ਨੇ ਕਹਿ ਕੇ, ਵੇਖਣ ਲੱਗਦੇ ਨੇ ਉਸ ਪਾਣੀ ਵੱਲ ਕਿਤੇ ਕੋਈ ਆਸ ਤੇ ਜਾ ਕੇ। ਪਰ ਉਸ ਨਦੀ ਦਾ ਪਾਣੀ ਸਿਰਫ ਤਾਂ ਹਿੱਲਦਾ ਜਦੋਂ ਜਾਲ ਪਾ ਕੇ ਕੋਈ ਮੱਛ ਕੱਛ ਫੜਿਆ ਜਾਂਦਾ, ਹੋਰ ਕੁਛ ਨਹੀਂ। ਸਾਰੀ ਨਦੀ ਛਾਣ ਮਾਰੀ, ਹੁਣ ਤੇ ਆਸਾਂ ਵੀ ਟੁੱਟਦੀਆਂ ਜਾਂਦੀਆਂ ਨੇ। ਜਲ ਈਖਦ ਜੇਸਟ ਬਾਸਰ ਮਾਹੀ, ਵਿਸਾਰਨ ਕੀ ਬਿਦ ਜਿਉ ਦੁਖ ਪਾਏ। ਜੈ ਰਾਮ ਜੀ ਦਾ ਦੁੱਖ ਕਵੀ ਜੀ ਕਹਿੰਦੇ ਨਾ ਦੱਸਿਆ ਜਾਵੇ ਨਾ ਬਿਆਨ ਕੀਤਾ ਜਾਏ। ਭਾਈ ਬਾਲਾ ਜੀ ਨੇ ਖੁਦ ਵੇਖਿਆ, ਜਿਵੇਂ ਸੂਰਜ ਬਿਨਾਂ ਕਮਲ ਦਾ ਫੁੱਲ ਤੇ ਸੂਰਜਮੁਖੀ ਮੁਰਝਾ ਜਾਂਦੀ ਹੈ, ਏਦਾਂ ਕਮਲਾਏ ਹੋਏ ਆ। ਚਿਹਰੇ ਦਾ ਰੰਗ ਉੱਡਿਆ ਹੋਇਆ, ਸਮਝ ਹੀ ਨਹੀਂ ਕੁਛ ਆਉਂਦਾ। ਤੁਰਿਆ ਨਹੀਂ ਜਾਂਦਾ, ਉੱਠਿਆ ਬੈਠਿਆ ਨਹੀਂ ਜਾਂਦਾ। ਉਲਾਂਭੇ ਤੇ ਉਲਾਂਭਾ ਗੁਰੂ ਸਾਹਿਬ ਨੂੰ ਦੇਈ ਜਾਂਦੇ ਆ। ਮਹਾਰਾਜ ਕੀ ਗਲਤੀ ਹੋ ਗਈ ਸੀ, ਐਸੀ ਕਿਹੜੀ ਗੱਲ ਦੀ ਸਜ਼ਾ ਦਿੱਤੀ ਸਾਨੂੰ ਜੋ ਸਾਨੂੰ ਵੀ ਪਤਾ ਨਹੀਂ। ਕੋਕਨ ਕੋਕ ਕੇ ਲਾਲਜ ਪੁੰਜ, ਦਿਵਾਕਰ ਕੇ ਬਿਨਾ ਜਿਉ ਅਕਲ ਆਏ। ਐਸੀ ਹਾਲਤ ਬਣੀ ਹੋਈ ਆ ਲੋਕਾਂ ਦੀ ਤੇ ਜੈ ਰਾਮ ਜੀ ਦੀ, ਜਿਵੇਂ ਸੂਰਜ ਤੋਂ ਬਿਨਾ ਚੱਕਵੇ ਦੀ ਹਾਲਤ ਹੁੰਦੀ ਹੈ। ਚੱਕਵਾ ਤੇ ਚੱਕਵੀ ਸੂਰਜ ਦੇ ਵਿਯੋਗ ਵਿੱਚ ਉੜਦੇ ਰਹਿੰਦੇ। ਜਿੱਦਣ ਸੂਰਜ ਨਾ ਚੜੇ ਕਹਿੰਦੇ ਜ਼ਿੰਦਗੀ ਉਜਾੜ ਹੋ ਜਾਂਦੀ। ਐਸੀ ਬਿਰਤੀ 'ਚ ਬੈਠੇ ਆ। ਸਮੇਂ ਦਾ ਨਵਾਬ ਹੌਸਲਾ ਦਿੰਦਾ ਹੈ, ਅੰਦਰੋਂ ਆਪ ਵੀ ਰੋ ਪੈਂਦਾ। ਕਿੰਨਾ ਪ੍ਰੇਮ ਗੁਰੂ ਸਾਹਿਬ ਨਾਲ ਹੋਣਾ। ਕਹਿੰਦੇ ਉਹ ਮੋਦੀ ਖਾਨਾ ਅੱਜ ਬੰਦ ਹੋ ਗਿਆ। ਲੋਕ ਬੈਠੇ ਆ ਜਿਹੜੇ ਉੱਥੇ ਬੈਠੇ, ਜਿਨ੍ਹਾਂ ਨੂੰ ਪਤਾ ਲੱਗਦਾ ਭੱਜੇ ਆਉਂਦੇ ਆ। ਜੋਗੀ, ਸਾਧੂ, ਫਕੀਰ, ਤਰ੍ਹਾਂ ਤਰ੍ਹਾਂ ਦੇ ਲੋਕ ਆਏ। ਇੱਥੋਂ ਤੱਕ ਨਵਾਬ ਸਾਹਿਬ ਨੇ ਤਾਂਤਰਿਕ ਲੋਕ ਵੀ ਬੁਲਾਏ, ਪਤਾ ਤੇ ਕਰੋ, ਕੁਛ ਦੱਸੋ ਤੇ ਸਹੀ। ਪਰ ਸਭ ਦੀ ਵਿਦਿਆ ਜਿੰਨੇ ਪੰਡਤ ਸੀ, ਜਿੰਨੇ ਬ੍ਰਹਮ ਗਿਆਨੀ ਕਹਾਉਣ ਵਾਲੇ, ਸਭ ਨੂੰ ਬੁਲਾਇਆ। ਕੋਈ ਇਹਨਾਂ ਤੇ ਦੱਸ ਦਿਓ ਸਰੀਰ ਕਿੱਥੇ ਹੈ। ਕਮ ਸੇ ਕਮ ਆਪਣੇ ਸੱਜਣ ਪਿਆਰੇ ਦੇ ਸਰੀਰ ਦੀ ਅੰਤਮ ਕਿਰਿਆ ਤੇ ਕਰ ਲਈਏ।
ਅੱਖ ਭਰ ਕੇ ਵੇਖ ਤਾਂ ਲਈਏ। ਕਾਨਨ ਕੈਰਵ ਕੋਕ ਕੁਕਦੰਬ ਕਲਨ ਦਹੀਨ ਕਹਾਂ ਬਹਿਸਾਏ। ਹੁਣ ਉਸ ਵੇਲੇ ਜੈ ਰਾਮ ਜੀ ਉੱਠਦੇ ਆ, ਨੇੜੇ ਤੇੜੇ ਜਿੰਨੇ ਜੰਗਲ ਬਣੇ ਆ ਨਦੀ ਦੇ ਆਸੇ ਪਾਸੇ, ਕਹਿੰਦੀ ਇਹਦਾ ਜੰਗਲਾਂ 'ਚ ਆਵਾਜ਼ਾਂ ਮਾਰਦੇ ਫਿਰਦੇ ਆ। ਸੇਵਾਦਾਰ ਨੂੰ ਪੁੱਛਦੇ ਤੈਨੂੰ ਭੁਲੇਖਾ ਤੇ ਨਹੀਂ ਲੱਗਾ ਗੁਰੂ ਸਾਹਿਬ ਕਿਤੇ ਜੰਗਲ 'ਚ ਗਏ ਹੋਣ? ਕਹਿੰਦਾ ਨਾ ਜੀ, ਮੇਰੇ ਅੱਖਾਂ ਸਾਹਮਣੇ ਚੁੱਭੀ ਲਾਈ, ਯਕੀਨ ਨਹੀਂ ਹੁੰਦਾ। ਆਵਾਜ਼ਾਂ ਮਾਰਦੇ ਫਿਰਦੇ ਆ ਜਿਵੇਂ ਕੋਇਲਾਂ ਕੂਕਦੀਆਂ ਹੁੰਦੀਆਂ ਨੇ, ਗੁਰੂ ਸਾਹਿਬ ਨੂੰ ਲੱਭਦੇ ਫਿਰਦੇ ਆ। ਇੱਕ ਦਿਲ ਨੂੰ ਧਰਵਾਸਾ ਹੀ ਹੁੰਦਾ ਹੈ, ਹੌਸਲਾ ਹੀ ਹੁੰਦਾ ਹੈ, ਪਰ ਜਾਣ ਵਾਲਾ ਤੇ ਕਦੇ ਮੁੜਦਾ ਨਹੀਂ। ਸੰਸਾਰੀ ਤੌਰ ਤੇ ਉਹਨਾਂ ਨੂੰ ਲੱਗਦਾ ਹੈ, ਕਿਉਂਕਿ ਗੁਰੂ ਸਾਹਿਬ ਨੇ ਖੇਡ ਵਰਤਾਈ ਹੈ, ਦੁਨੀਆ ਨੂੰ ਦੱਸ ਕੇ ਥੋੜਾ ਵਰਤਾਈ ਹੈ ਵੀ ਅਸੀਂ ਚੱਲੇ ਹਾਂ ਭਾਈ, ਅਚਲ ਚੇਤ ਗਏ ਆ। ਉਹ ਰੱਬ ਦੀਆਂ ਗੱਲਾਂ ਰੱਬ ਹੀ ਜਾਣਦਾ ਹੈ, ਜ਼ਮਾਨਾ ਜਾਣ ਨਹੀਂ ਸਕਦਾ। ਤੋ ਕਿਕ ਕੀਕ ਜੇ ਭੇਖ ਅਨੇਕ ਬਲਾਹੇ ਕਕੇ ਬਿਨ ਨਾ ਹਰ ਖਾਏ। ਅੱਜ ਹਾਲਤ ਰਾਮਚੰਦਰ ਜੀ ਵਰਗੀ ਬਣੀ ਹੋਈ, ਜਿਵੇਂ ਸੀਤਾ ਦੇ ਵਿਜੋਗ ਦੇ ਵਿੱਚ ਉਹ ਪੰਛੀਆਂ ਨੂੰ ਪੁੱਛਦੇ ਫਿਰਦੇ ਸੀ, ਕਿਸੇ ਨੇ ਸੀਆ ਨੂੰ ਤਾਂ ਨਹੀਂ ਵੇਖਿਆ। ਜੈ ਰਾਮ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਪੰਛੀਆਂ ਨੂੰ, ਰੁੱਖਾਂ ਨੂੰ ਪੁੱਛਦੇ ਆ, ਜੇ ਤੁਸੀਂ ਮੇਰੇ ਪਾਤਸ਼ਾਹ ਨੂੰ ਕਿਤੇ ਵੇਖਿਆ ਤੇ ਦੱਸ ਹੀ ਦਿਓ। ਇਹ ਹਾਲਤ ਆ ਨਾ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਜੋ ਇਸ ਹਾਲਾਤਾਂ ਚੋਂ ਗੁਜ਼ਰਦਾ ਹੈ ਉਹੀ ਹੋ ਜਾਂਦਾ। ਜਦ ਦੁੱਖਾਂ ਦਾ ਪਹਾੜ ਕਿਸੇ ਤੇ ਟੁੱਟਦਾ ਨਾ, ਉਹ ਇਨਸਾਨ ਕੰਧਾਂ ਨਾਲ ਵੀ ਬੋਲਦਾ ਹੈ, ਰੁੱਖਾਂ ਦੇ ਨਾਲ ਵੀ ਬੋਲਦਾ ਹੈ, ਕੱਲਾ ਬਹਿ ਬਹਿ ਰੋਂਦਾ ਹੈ, ਖੁਦ ਨਾਲ ਗੱਲਾਂ ਕਰਦਾ ਹੈ। ਕੋਈ ਉਹਦੇ ਸਾਹਮਣੇ ਦੁਨੀਆ ਦੇ ਬਾਗ ਲੱਗੇ ਹੋਣ ਪਰ ਉਜੜੇ ਤੇ ਵੀਰਾਨ ਦਿਸਦੇ। ਜੱਗ ਦੇ 36 ਪਦਾਰਥ ਪਏ ਹੋਣ, ਕੁਝ ਵੀ ਚੰਗਾ ਨਹੀਂ ਲੱਗਦਾ ਜਿਨ੍ਹਾਂ ਦਾ ਸਜਣ ਵਿਛੜ ਜਾਂਦਾ ਹੈ। ਗੁਰਬਾਣੀ ਨੇ ਇਹਨਾਂ ਵਿਛੋੜਿਆਂ ਦੇ ਪਰਥਾਏ ਬਹੁਤ ਕੁਝ ਲਿਖਿਆ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਕਹਿੰਦੇ ਜਿਸ ਸਰੀਰ ਵਿੱਚ ਵਿਛੋੜਾ ਨਹੀਂ, ਜਿਸ ਸਰੀਰ ਵਿੱਚ ਪ੍ਰੇਮ ਨਹੀਂ, ਉਹ ਸੜ ਜਾਣਾ ਚਾਹੀਦਾ ਹੈ। ਭਾਈ ਜਿਹੜੇ ਪਿਆਰ ਦੇ ਵਿਜੋਗ ਵਿੱਚ ਜਿਉਂਦੇ ਆ ਨਾ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਰੱਬ ਦੇ ਪਿਆਰ ਵਾਲੇ ਕਹਿੰਦੇ ਪਿਆਰ 'ਚ ਵਿਛੜ ਕੇ ਜਿਉਂਦੇ ਨਹੀਂ, ਜੇ ਜਿਉਂਦੇ ਤੇ ਝੱਲੇ ਹੋ ਕੇ ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਨਾਲ ਇੰਨਾ ਪ੍ਰੇਮ ਕਰਦੇ ਸੀ ਜੀਜਾ ਜੈ ਰਾਮ, ਜਿਨ੍ਹਾਂ ਦੀ ਅਵਸਥਾ ਭਾਈ ਬਾਲਾ ਜੀ ਲਿਖ ਰਹੇ ਨੇ। ਕਹਿੰਦੇ ਹੌਸਲਾ ਦਿੱਤਾ ਮੈਂ ਕੋਲ ਬਹਿ ਕੇ, ਆ ਜਾਣਗੇ ਗੁਰੂ ਸਾਹਿਬ। ਕਹਿੰਦੇ ਨਹੀਂ ਬਾਲਿਆ ਰੋਂਦੇ। ਮੈਂ ਬੜੀ ਵਾਰ ਸਮਝਾਇਆ, ਮੈਨੂੰ ਪੁੱਛਦੇ ਆ ਬਾਲਿਆ ਕਿੱਥੇ, ਤੈਨੂੰ ਕੀ ਕਹਿ ਕੇ ਗਏ ਸੀ, ਤੂੰ ਕਿਉਂ ਨਹੀਂ ਰੋਕਿਆ? ਸ੍ਰੀ ਗੁਰ ਕੀ ਗਤ ਉਸ ਬੇਲੋਕ ਕੈ, ਹੋਤ ਜੇ ਪ੍ਰੀਤਮ ਤੋਂ ਦੁੱਖ ਪਾਏ। ਪਰ ਪ੍ਰੀਤਮ ਪ੍ਰੇਮ ਕਰਨ ਵਾਲਿਆਂ ਨੇ ਜਿੰਨਾ ਅੱਜ ਦੁੱਖ ਪਾਇਆ ਜੀ, ਜਿੰਨਾ ਉਹਨਾਂ ਨੂੰ ਦਰਦ ਹੋਇਆ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਬਾਲਾ ਜੀ ਕਹਿੰਦੇ ਮੈਂ ਕੀ ਦਿਲਾਸਾ ਦੇਵਾਂ, ਮੈਨੂੰ ਤੇ ਵਿਛੋੜਿਆਂ ਨੇ ਖਾ ਲਿਆ। ਮੈਂ ਅੰਦਰੋਂ ਖੁਦ ਦੁਖੀ ਹਾਂ, ਖੁਦ ਵਿਛੜਿਆ ਹੋਇਆ ਹਾਂ। ਭਾਵੇਂ ਕਿ ਪਤਾ ਹੈ ਗੁਰੂ ਸਾਹਿਬ ਦਾ ਚੂਜ ਹੈ, ਪਰ ਵਿਛੋੜਾ ਸੁਣੈ ਦੁੱਖ, ਬਿਨ ਡਿਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਦੇਵ। ਬਾਣੀ ਕਹਿੰਦੀ ਭਾਵੇਂ ਪਤਾ ਹੋਵੇ ਸੱਜਣ ਜਿਉਂਦਾ ਏ, ਮਿਲ ਜਾਏਗਾ ਇੱਕ ਦਿਨ, ਪਰ ਕਹਿੰਦੇ ਵਿਛੋੜਾ ਰਾਤਾਂ ਨੂੰ ਸੌਣ ਨਹੀਂ ਦਿੰਦਾ, ਵਿਛੋੜਾ ਜਾਗਣ ਨਹੀਂ ਦਿੰਦਾ, ਕੁਝ ਖਾਣ ਨਹੀਂ ਦਿੰਦਾ। ਜਿਉਂਦਾ ਜੀ ਮਨੁੱਖ ਮਰ ਜਾਂਦਾ ਹੈ। ਭਾਈ ਬਾਲਾ ਜੀ ਆਖਦੇ, ਕਹਿੰਦੇ ਅਸੀਂ ਤੇ ਮਰਿਆਂ ਵਰਗੇ ਹੋ ਗਏ ਸੀ, ਸਾਡੀ ਕੋਈ ਜ਼ਿੰਦਗੀ ਨਹੀਂ ਸੀ। ਜੈ ਰਾਮ ਜੀ ਨੂੰ ਵੇਖ ਵੇਖ ਮੈਂ ਝੁਰਦਾ ਸੀ, ਉਹ ਮੈਨੂੰ ਵੇਖ ਵੇਖ ਝੁਰਦੇ ਸੀ। ਆਪਸ ਵਿੱਚ ਬੈਠ ਕੇ ਦੁੱਖ ਦੀਆਂ ਗੱਲਾਂ ਕਰਦੇ ਆ। ਨਾਨਕੀ ਏਕ ਰਹੀ ਔਰ ਮੈਂ ਥਿਰ, ਔਰਨ ਕੀ ਸਰਨਾ ਪਰਮਾਈ। ਆਖਰਕਾਰ ਦੂਜੀ ਰਾਤ ਹੋਈ, ਜੈ ਰਾਮ ਜੀ ਨੇ ਘਰ ਜਾ ਕੇ ਦੱਸਿਆ, ਪਤਾ ਤੇ ਸਾਰਿਆਂ ਨੂੰ ਸੀ। ਕਹਿੰਦੇ ਸਾਰਾ ਪਰਿਵਾਰ ਦੁਖੀ ਹੈ, ਇੱਕ ਸਤਿਗੁਰਾਂ ਦੇ ਭੈਣ ਨਾਨਕੀ ਜੀ ਉਹ ਦੁਖੀ ਨਹੀਂ। ਜਿਵੇਂ ਉਹ ਨਾਰਮਲ 'ਚ ਵਿਚਰਦੇ ਸੀ ਨਾ, ਆਮ ਹੱਸ ਖੇਡ ਕੇ ਗੱਲਾਂ ਕਰਦੇ, ਉੱਦਾਂ ਹੀ ਸੀ। ਦੁੱਖ ਕਿਉਂ ਨਹੀਂ ਹੈ? ਜਦੋਂ ਉਹਨਾਂ ਕੋਲ ਆ ਕੇ ਕੋਈ ਕਹਿੰਦਾ ਤੁਹਾਡੇ ਵੀਰ ਡੁੱਬ ਗਏ, ਹੱਸ ਪੈਂਦੇ ਆ। ਕਹਿੰਦੇ ਲੈ ਮੇਰਾ ਵੀਰ ਡੁੱਬ ਜੂਗਾ, ਜਾ ਉਹ ਕਮਲਿਆ ਚੱਲਿਆ, ਇਹ ਕਦੇ ਹੋ ਨਹੀਂ ਸਕਦਾ, ਖੋ ਸਤਿਨਾਮ। ਕਹਿੰਦੇ ਭੈਣ ਨਾਨਕੀ ਦੀ ਹਾਲਤ ਵੇਖ ਕਿਸੇ ਨੂੰ ਕੁਝ ਸਮਝ ਹੀ ਨਹੀਂ ਆਉਂਦਾ। ਲੋਕੀ ਕਹਿੰਦੇ ਭਰਾ ਦੇ ਵਿਯੋਗ ਵਿੱਚ ਝੱਲੀ ਹੋ ਗਈ, ਉਹ ਇਹਨੂੰ ਕੁਝ ਸਮਝ ਨਹੀਂ ਆਉਂਦਾ। ਬੜੀ ਵਾਰ ਏਦਾਂ ਹੁੰਦਾ ਜੀ, ਮੈਂ ਵੇਖਿਆ। ਜਦੋਂ ਦੁਨੀਆ ਦੇ ਵਿੱਚ ਰੱਬ ਨਾ ਕਰੇ ਕਿਸੇ ਦੀਆਂ ਅੱਖਾਂ ਸਾਹਮਣੇ ਕੋਈ ਆਪਣਾ ਤੁਰ ਪੈਂਦਾ ਹੈ, ਉਹ ਬੰਦਾ ਰੋਂਦਾ ਨਹੀਂ,
ਲਾਸ਼ ਕੋਲ ਬੈਠਾ ਹੱਸੀ ਜਾਂਦਾ ਹੈ। ਕਹਿੰਦੇ ਉਹ ਝੱਲਾ ਹੋ ਗਿਆ ਹੈ, ਹੱਸਦਾ ਕਿਉਂ ਹੈ? ਅਸਲ ਵਿੱਚ ਸਦਮਾ ਹੀ ਏਡਾ ਵੱਡਾ ਵੱਜ ਜਾਂਦਾ ਹੈ, ਰੋਣਾ ਹੀ ਭੁੱਲ ਜਾਂਦਾ ਹੈ। ਰੋਣ ਤੋਂ ਉੱਪਰ ਦੀ ਅਵਸਥਾ ਹੁੰਦੀ ਹੱਸਣ ਦੀ। ਕਹਿੰਦੇ ਭੈਣ ਨਾਨਕੀ ਉਹਨਾਂ ਨੂੰ ਕੋਈ ਸਦਮਾ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਖੁਸ਼ ਹੋ ਕੇ ਆਖਦੇ ਆ, ਕਹਿੰਦੇ ਆ ਜਾਣਗੇ। ਅੱਗੇ ਵੀ ਜਾਂਦੇ ਆ, ਭਰਾ ਮੇਰਾ ਵੀਰ ਮੇਰਾ ਰੱਬ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ। ਸੋਦਰ ਈਸਰ ਕੋ ਅਵਤਾਰ, ਕਰ ਨਰ ਖੇਲ ਅਪੀਲ ਸਦਾਈ। ਜੈ ਰਾਮ ਜੀ ਇਕੱਲੇ ਬਹਿ ਬਹਿ ਰੋਂਦੇ ਆ, ਯਾਦ ਕਰ ਕਰ ਗੁਰੂ ਸਾਹਿਬ ਨੂੰ। ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਭੈਣ ਦਾ ਅੰਨਾ ਭਰੋਸਾ ਆਪਣੇ ਵੀਰ ਉੱਤੇ ਹੈ। ਇਹਨੂੰ ਕਿਵੇਂ ਸਮਝਾਈਏ ਵੀ ਵੀਰ ਤੇਰਾ ਡੁੱਬ ਗਿਆ, ਕਿੱਦਾਂ ਸਮਝਾਈਏ? ਹੁਣ ਭਾਵਨਾ ਦਾ ਫਰਕ ਹੈ ਜੀ। ਸ਼ਰਧਾ ਜੈ ਰਾਮ ਜੀ ਦੀ ਬਹੁਤ ਹੈ, ਪਰ ਅਟਲ ਨਿਸ਼ਚਾ ਭੈਣ ਨਾਨਕੀ ਦੀ। ਸ਼ਰਧਾ ਸ਼ੁਰਧਾ ਕੱਲੀ ਪਾਰ ਨਹੀਂ ਲਾਉਂਦੀ, ਮਤ ਭੁਲੇਖਾ ਰੱਖੋ। ਸ਼ਰਧਾ ਬੜਿਆਂ ਦੀ ਹੁੰਦੀ ਗੁਰਦੁਆਰਿਆਂ ਤੇ, ਮੰਦਿਰਾਂ ਤੇ, ਮਸਜਿਦਾਂ ਤੇ, ਧਾਰਮਿਕ ਸਥਾਨਾਂ ਤੇ। ਸ਼ਰਧਾ ਤੇ ਇੱਕ ਨਾਸਤਿਕ ਬੰਦੇ ਦੀ ਵੀ ਹੁੰਦੀ, ਉਹ ਵੀ ਆਉਂਦਾ ਜਾਂਦਾ ਕਿਤੇ, ਕਹਿੰਦਾ 2 ਘੜੀ ਬਹਿ ਕੇ ਸੁਣ ਲੈਂਦਾ। ਕੱਲੀ ਸ਼ਰਧਾ ਕੀ ਕਰੂਗੀ? ਜਦੋਂ ਤੱਕ ਅਟਲ ਭਰੋਸਾ ਨਹੀਂ, ਉਦੋਂ ਤੱਕ ਕੱਖ ਵੀ ਨਹੀਂ ਜੀ ਹੋਣਾ। ਸਤਿਨਾਮ। ਸ਼ਰਧਾ ਤੇ ਇੱਕ ਉਹ ਬੰਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ, 4 ਘੜੀ ਗੱਲਾਂ ਸੁਣ ਕੇ ਉਹ ਵੀ ਬਣਾ ਲੈਂਦਾ ਸ਼ਰਧਾ। ਕਹਿੰਦਾ ਯਾਰ ਧਾਰਮਿਕ ਥਾਂ ਤੇ ਬੈਠੇ ਆ, ਮਾੜੀ ਗੱਲ ਨਾ ਕਰੋ, ਧਾਰਮਿਕ ਥਾਂ ਤੇ ਬੈਠੇ। ਨਿਸ਼ਚਾ ਕੀ ਹੈ? ਭਰੋਸਾ ਕੀ ਹੈ? ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਨਾ, ਲੱਖਾਂ ਦੁੱਖ ਪਰਿਵਾਰ ਤੇ ਆ ਜਾਣ, ਡੋਲਦੇ ਨਹੀਂ। ਸ਼ਰਧਾ ਸ਼ੁਰਧਾ ਵਾਲੇ ਡੋਲ ਵੀ ਜਾਂਦੇ ਆ। ਜਿਹੜਾ ਬੰਦਾ 20 ਦਿਨ ਗੁਰਦੁਆਰੇ ਜਾਂਦਾ ਸੀ ਨਾ, ਉਹ ਕਹਿੰਦਾ ਯਾਰ ਹੁਣ ਗੁਰਦੁਆਰੇ ਅਰਦਾਸਾਂ ਬੜੀਆਂ ਕਰਾ ਲਈਆਂ, ਫਲਾਣਾ ਠੀਕ ਨਹੀਂ ਹੁੰਦਾ, ਫਲਾਣੇ ਨੇ ਦੱਸਿਆ ਉੱਥੇ ਜਾ ਆਓ, ਰਾਜਸਥਾਨ MP ਜਾ ਆਓ, ਉੱਥੇ ਜਾ ਆਓ। ਹੈ ਤੇ ਸ਼ਰਧਾ ਹੈ, ਇਹ ਤਾਂ ਨਹੀਂ ਕਹਿ ਸਕਦੇ ਵੀ ਬੰਦੇ ਦੀ ਸ਼ਰਧਾ ਨਹੀਂ, ਪਰ ਸ਼ਰਧਾ ਡਾਇਵਰਟ ਹੋ ਸਕਦੀ ਹੈ, ਬਦਲੀ ਜਾ ਸਕਦੀ ਹੈ। ਭਰੋਸਾ ਨਹੀਂ ਬਦਲਿਆ ਜਾ ਸਕਦਾ, ਨਿਸ਼ਚਾ ਨਹੀਂ ਡੋਲਾਇਆ ਜਾ ਸਕਦਾ। ਭੈਣ ਨਾਨਕੀ ਦੀ ਜਿੱਥੇ ਸ਼ਰਧਾ ਗੁਰੂ ਸਾਹਿਬ ਤੇ ਆ ਨਾ, ਅਟਲ ਅੰਨਾ ਭਰੋਸਾ ਤੇ ਯਕੀਨ ਹੈ, ਵਿਸ਼ਵਾਸ ਹੈ। ਉਹ ਆਪਣੇ ਪਤੀ ਨੂੰ ਵੀ ਕਹਿੰਦੇ ਆ, ਕਹਿੰਦੇ ਕੁਛ ਨਹੀਂ ਹੋਇਆ, ਹੋਇਆ ਹੀ ਨਹੀਂ ਕੁਛ। ਕੌਣ ਬੁਆ ਰੇ? ਖੜ ਬੁਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ। ਇਹ ਤੇ ਚੋਜ ਆ ਮੇਰੇ ਭਰਾ ਦਾ, ਮੇਰੇ ਵੀਰ ਦਾ, ਤੇ ਰੱਬ ਨੇ ਉਹਨਾਂ ਨੂੰ ਮਾਰਨ ਵਾਲਾ ਕਿਹੜਾ ਹੈ? ਜਦ ਮੇਰਾ ਭਰਾ ਅਕਾਲ ਹੈ, ਕਾਲ ਤੋਂ ਰਹਿਤ ਹੈ, ਕਿਹੜਾ ਦੁਨੀਆ ਤੇ ਕਾਲ ਜੰਮਿਆ ਜੋ ਮੇਰੇ ਵੀਰ ਨੂੰ ਮੌਤ ਦੇ ਦੇ। ਆਖੋ ਸਤਿਨਾਮ। ਜੈ ਰਾਮ ਸੁਣ ਕੇ ਰੋ ਪੈਂਦੇ। ਕਿਉਂ ਰੋਂਦੇ ਆ ਜੀ? ਦੇਖੋ ਉਹਨਾਂ ਦਾ ਰੋਣਾ ਜਾਇਜ਼ ਹੈ। ਸਤਿਗੁਰਾਂ ਦੇ ਪਿਤਾ ਕੋਲੋਂ ਮੰਗ ਕੇ ਲੈ ਕੇ ਆਈ ਸੀ ਗੁਰੂ ਸਾਹਿਬ, ਕਿੱਡੀ ਵੱਡੀ ਜ਼ਿੰਮੇਵਾਰੀ ਲਈ ਹੋਈ ਹੈ। ਘਰ ਰੱਖਿਆ, ਫਿਰ ਕੱਲਾ ਘਰ ਨਹੀਂ ਰੱਖਿਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਚੋਲੇ ਵੀ ਬਣੇ। ਜੇ ਪਿਤਾ ਵੱਲੋਂ ਦੁੱਖ ਆ ਤੇ ਦੁੱਖ ਮੂਲ ਚੰਦ ਦੀ ਵਾਲੇ ਪਾਸੇ। ਮੈਨੂੰ ਪੁੱਛਣਗੇ ਮੈਂ ਕੀ ਜਵਾਬ ਦੇਣਾ? ਦੇਖੋ ਦੁਨੀਆ ਨੇ ਸ਼ਰਧਾ ਨਹੀਂ ਵੇਖਣੀ, ਜ਼ਮਾਨੇ ਨੇ ਭਰੋਸਾ ਨਹੀਂ ਵੇਖਣਾ, ਜ਼ਮਾਨੇ ਨੇ ਇਹ ਵੇਖਣਾ, ਮਾਪੇ ਕਹਿਣਗੇ ਸਾਡਾ ਪੁੱਤ ਦੇ ਕਿੱਥੇ ਹੈ, ਦੂਜੇ ਕਹਿਣਗੇ ਸਾਡਾ ਜਵਾਈ ਕਿੱਥੇ ਹੈ। ਜੈ ਰਾਮ, ਜੇ ਇਹ ਕਮਾਉਣ ਲੱਗ ਪਏ ਸੀ, ਵਿਆਹੇ ਗਏ ਸੀ, ਇਹਨਾਂ ਨੂੰ ਆਪਣੇ ਘਰ ਕਿਉਂ ਨਹੀਂ ਭੇਜਿਆ? ਕੀ ਜਵਾਬ? ਦੁਨੀਆ ਦਾ ਸੁਭਾਵਕ ਹੈ, ਤੁਸੀਂ ਕਿਸੇ ਦੇ ਬੱਚੇ ਨੂੰ ਘਰ ਰੱਖ ਕੇ 10 ਸਾਲ ਬਣਾ ਦਿਓ, ਜਿੰਨਾ ਮਰਜ਼ੀ ਖਰਚਾ ਕਰੋ, ਲੱਖਾਂ ਰੁਪਇਆ ਲਾ ਦਿਓ, ਇੱਕ ਦਿਨ ਕਿਤੇ ਅਚਨਚੇਤ 60 ਫੇਟ ਵੱਜ ਜੇ, ਕੋਈ ਨੁਕਸਾਨ ਹੋ ਜੇ, ਰੱਬ ਨਾ ਕਰੇ, ਤੁਹਾਡਾ 10 ਸਾਲ ਦਾ ਪੜ੍ਹਾਇਆ ਹੋਇਆ ਖੂਹ 'ਚ ਪੈ ਜਾਣਾ। ਖੁਦਾ ਦਾ ਨਾਮ। ਕਹਿੰਦੀ ਉੱਥੇ ਗਿਆ ਸੀ, ਵੇਖੋ ਆਹ ਕੁਛ ਹੋ ਗਿਆ, ਏਦਾਂ ਹੋ ਗਿਆ। ਦੁਨੀਆ ਨਹੀਂ ਬਖਸ਼ਦੀ ਕਿਸੇ ਨੂੰ, ਇਸ ਕਰਕੇ ਸੰਸਾਰ ਨਾਲ ਬਹੁਤਾ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਜਿੰਨਾ ਮਰਜ਼ੀ ਕਿਸੇ ਲਈ ਕਰ ਲਿਓ, ਜਿਹਦੇ ਲਈ ਜਿੰਨਾ ਕਰੋਗੇ ਇੱਕ ਦਿਨ ਉਹ ਇੰਨਾ ਦੱਸ ਕੇ ਜਾਊਗਾ, ਬਹੁਤ ਵੱਡੀ ਗਲਤੀ ਕੀਤੀ ਮੇਰੇ ਪਿੱਛੇ ਲੱਗ ਕੇ। ਨਾ ਕਰੀ ਅੱਗੋਂ, ਨਾ ਕਰੀ ਭਾਈ, ਸਿਖਾ ਕੇ ਜਾਂਦੀ ਦੁਨੀਆ ਸੇ। ਜੈ ਰਾਮ ਜੀ ਨੂੰ ਇਸ ਚੀਜ਼ ਦੀ ਬਹੁਤ ਵੱਡੀ ਪੀੜਾ ਹੈ, ਬਹੁਤ ਵੱਡੀ ਚਿੰਤਾ ਏ। ਕੋਈ ਉਹਨਾਂ ਦੀ ਥਾਂ ਤੇ ਬਹਿ ਕੇ ਤੇ ਵੇਖੋ ਕਿੰਨੇ ਪਰੇਸ਼ਾਨ ਨੇ ਉਹ। ਇੱਕ ਪਾਸੇ ਅਚਨਚੇਤ ਬਿਨਾਂ ਦੱਸੇ ਗੁਰੂ ਸਾਹਿਬ ਦਾ ਚਲੇ ਜਾਣਾ, ਸਰੀਰ ਵੀ ਨਹੀਂ ਮਿਲ ਰਿਹਾ ਕਿਤੋਂ, ਦੂਜੀ ਚਿੰਤਾ। ਤੀਜੀ ਜੈ ਰਾਮ ਜੀ ਦੀ ਚਿੰਤਾ ਏ ਮੂਲ ਚੰਦ ਵਾਲੀ। ਚੌਥੀ ਪਿਤਾ ਦੀ ਵਾਲੀ। ਕਰੇ ਤੇ ਕੀ ਕਰੇ? ਕਲੰਕ ਲੱਗ ਜਾਣਾ, ਲੋਕਾਂ ਨੇ ਕਹਿਣਾ ਵੇਖੋ ਗੁਰੂ ਸਾਹਿਬ ਬੜੇ ਭੋਲੇ ਭਾਲੇ ਸੀ, ਬੜੇ ਪਿਆਰੇ ਸੀ, ਜੈ ਰਾਮ ਨੇ ਉਹਨਾਂ ਦੀ ਕਦਰ ਨਹੀਂ ਕੀਤੀ। ਪਤਾ ਨਹੀਂ ਜੀ ਕੀ ਗੱਲ ਹੋਈ, ਡੁੱਬ ਕੇ ਲੜਾਈ ਕਰ ਗਏ। ਉਹ ਦੁਨੀਆ ਦੀਆਂ ਗੱਲਾਂ ਨੇ ਜੀ, ਸਮਾਜ ਕੀ ਪਤਾ ਕੀ ਕੁਛ ਆਖੂਗਾ। ਆਪਣੇ ਕਹਿੰਦੇ ਹੁੰਦੇ ਸ਼ਰੀਕ, ਫਿਰ ਜ਼ਮਾਨੇ ਵਿੱਚ ਤੇ ਗੱਲਾਂ ਬਾਅਦ ਚੋਂ ਜਾਂਦੀਆਂ, ਪਹਿਲਾਂ ਸ਼ਰੀਕਾ ਰੌਂਡੀ ਪਿੱਟਦਾ, ਫਿਰ ਉਹ ਲੋਕ ਬੋਲਦੇ ਆ। ਜੈ ਰਾਮ ਤੇ ਇੰਨੇ ਦੁੱਖਾਂ 'ਚ ਘਿਰੇ ਹੋਏ ਆ, ਕਿਸੇ ਦੀ ਸਮਝਾਈ ਹੋਈ ਗੱਲ
ਕੋਈ ਦਲਾਸਾ ਦਿੰਦੀ ਨਹੀਂ। ਕੰਤ ਕੇ ਸੰਗ ਗਿਰਾ ਉਚਰੀ ਔਰ ਧੀਰ ਤਰੋ ਤਜਿਆ ਤਰਤਾਈ। ਦੂਜੇ ਦਿਨ ਜੈ ਰਾਮ ਦੀ ਆਸ ਛੱਡ ਕੇ ਆ ਗਏ ਵੀ ਹੁਣ ਨਹੀਂ ਮਿਲਦੇ। ਕਿੰਨਾ ਕੁ ਲੱਭ ਲੂਗਾ ਕੋਈ? 1 ਦਿਨ, 2 ਦਿਨ, 3 ਦਿਨ ਘਰ ਬੈਠੇ ਰੋ ਰਹੇ ਆ। ਇਹਨਾਂ ਦੇ ਧਰਮ ਪਤਨੀ ਤੇ ਸਤਿਗੁਰਾਂ ਦੇ ਭੈਣ ਜੀ ਬੇਬੇ ਨਾਨਕੀ ਜੀ ਆਪਣੇ ਪਤੀ ਕੋਲ ਆਏ। ਹੱਸ ਕੇ ਕਹਿੰਦੇ ਤੁਹਾਨੂੰ ਕੀ ਹੋਇਆ, ਕਿਉਂ ਰੋਨੇ ਹੋ? ਉਹ ਆਪਣਾ ਦੁੱਖ ਕਿੱਥੋਂ ਦੱਸਾਂ, ਕੀ ਕਹਿ ਲੋ? ਉਹ ਛਪਾਉਂਦੇ ਸੀ ਆਪਣਾ ਦੁੱਖ, ਮੈਂ ਰੋਵਾਂ ਨਾ ਪਰ ਕੀ ਕਰਨ, ਹੁਣ ਜ਼ਿੰਮੇਵਾਰੀ ਬਹੁਤ ਵੱਡੀ ਸੀ ਸਿਰ ਤੇ। ਇੱਧਰ ਆ ਵੱਡੀ ਘਟਨਾ ਵਾਪਰੀ ਆ, ਸਮਝ ਨਹੀਂ ਆਉਂਦਾ। ਆਖਣ ਲੱਗੇ ਮੈਂ ਇਹਨੂੰ ਵੀ ਕੀ ਦੱਸਾਂ, ਇਹਨਾਂ ਦੇ ਤੇ ਭਰਾ ਨੇ। ਭੈਣਾਂ ਨੂੰ ਭਰਾਵਾਂ ਨਾਲ ਕਿੰਨਾ ਮੋਹ ਹੁੰਦਾ ਹੈ। ਕਿਹੜੀ ਭੈਣ ਬਰਦਾਸ਼ਤ ਕਰਦੀ ਉਹਦੇ ਭਰਾ ਨੂੰ ਕੁਝ ਹੋਵੇ? ਕੋਈ ਨਹੀਂ ਕਰਦੀ। ਮਰ ਜਾਂਦੀਆਂ ਨੇ ਭੈਣਾਂ ਪਿਆਰ ਕਰਨ ਵਾਲੀਆਂ। ਕਹਿੰਦੇ ਰੱਬਾ ਸਾਡਾ ਵੀਰ ਜਿਉਂਦਾ ਰਹੇ, ਸਾਡੀ ਉਮਰ ਵੀ ਲਾਵੇ। ਤੇ ਫਿਰ ਭੈਣਾਂ ਚੋਂ ਭੈਣ ਨਾਨਕੀ ਹੋ ਗਈ। ਇਸ ਕਰਕੇ ਉਹ ਕਹਿੰਦੇ ਬਹੁਤੀ ਗੱਲ ਗੁਰੂ ਸਾਹਿਬ ਬਾਰੇ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਇਹ ਕਿਸੇ ਚਿੰਤਾ 'ਚ ਨੇ, ਕਿਸੇ ਟੈਨਸ਼ਨ ਵਿੱਚ ਨੇ, ਜੋ ਹੱਸ ਹੱਸ ਗੱਲਾਂ ਕਰਦੇ ਨੇ। ਵਾਸਰ ਨਾਹੀ ਜਥਾ ਗ੍ਰਸ ਰਾਹੋ ਤਥਾ ਵਿਦਿਆ ਹੈ ਹੋਵੇ ਵਿਦਤਾਈ। ਪਰ ਭੈਣ ਨਾਨਕੀ ਸਤਿਗੁਰਾਂ ਦੇ ਐਡਾ ਵੱਡਾ ਹੌਸਲਾ ਰੱਖਿਆ ਕਿ ਉਹਨਾਂ ਦੇ ਪਤੀ ਹੈਰਾਨ ਨੇ ਵੀ ਸਮਝ ਮੈਨੂੰ ਨਹੀਂ ਆਉਂਦੀ, ਭਰਾ ਇਹਨਾਂ ਦਾ ਡੁੱਬਿਆ, ਇਹਨਾਂ ਨੂੰ ਫਿਕਰ ਕੋਈ ਨਹੀਂ। ਲੋਕ ਕਹਿੰਦੇ ਡੁੱਬ ਗਿਆ, ਜ਼ਮਾਨਾ ਕਹਿੰਦਾ ਵੀ ਹੁਣ ਕਦੇ ਨਹੀਂ ਵਾਪਸ ਆਉਣਗੇ, ਇਹ ਚਿੰਤਾ ਹੀ ਨਹੀਂ ਕਰਨੀ। ਫਿਰ ਉਹਨਾਂ ਦਿਲ ਦੀ ਗੱਲ ਕਰਨੀ ਸ਼ੁਰੂ ਕੀਤੀ। ਕਹਿੰਦੇ ਮੈਂ ਬਹੁਤ ਪਰੇਸ਼ਾਨ ਹਾਂ, ਮੈਨੂੰ ਸਮਝ ਨਹੀਂ ਆਉਂਦਾ। ਉਹ ਕਹਿੰਦੇ ਕਾਹਦੀਆਂ ਪਰੇਸ਼ਾਨੀਆਂ, ਕਾਹਦੀ ਚਿੰਤਾ? ਨਿਰੰਕਾਰ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਕਰਦਾ। ਸਤਿਨਾਮ ਹੌਸਲਾ ਦੇ ਰਹੇ। ਪਤੀ ਜੀ ਭਰੋਸਾ ਰੱਖੋ, ਮੇਰਾ ਵੀਰ ਛੇਤੀ ਮੁੜ ਕੇ ਆਓ। ਜਦੋਂ ਕਹਿ ਦਿੰਦੇ ਆ ਹੋਰ ਰੋ ਪੈਂਦੇ ਆ ਵੀ ਜਿਹੜੇ 2 ਦਿਨ ਚ ਨਹੀਂ ਆਏ ਹੁਣ ਕਿੱਥੋਂ? ਦੁਨਿਆਵੀ ਤਲ ਤੋਂ ਸੋਚਦੇ ਆ ਵੀ ਇੰਨੀ ਦੇਰ ਪਾਣੀ 'ਚ ਕੌਣ ਰਹਿ ਸਕਦਾ? ਜੇ ਪਾਣੀ ਵਿੱਚ ਹੁੰਦੇ ਤੇ ਸਰੀਰ ਲੱਭਦਾ, ਪਤਾ ਨਹੀਂ ਕਿਹੜੀ ਧਰਤੀ ਨਿਕਲ ਗਈ। ਸੁਣ ਕਾਨ ਜੈ ਰਾਮ ਭਨੇ ਬਚਨਾ ਜਲ ਜਾਤ ਬਿਲੋਚਨ ਤੇ ਜਲ ਜਾਤਾ। ਉਸ ਵੇਲੇ ਜੈ ਰਾਮ ਆਖਣ ਲੱਗੇ, ਕਿਉਂਕਿ ਜੋ ਸਿਚੁਏਸ਼ਨ ਜੈ ਰਾਮ ਨੇ ਵੇਖੀ ਉਹ ਭੈਣ ਨਾਨਕੀ ਨੇ ਨਹੀਂ ਵੇਖੀ ਹੋਈ। ਰੋ ਕੇ ਕਹਿੰਦੇ ਜਦ ਵੀ ਜਾਲ ਪਾਇਆ ਜਾਂਦਾ ਸੀ ਇਸ ਉਮੀਦ ਨਾਲ ਜਾਲ ਕੱਢਦੇ ਸੀ ਵੀ ਜਾਲ ਭਾਰਾ ਹੋ ਗਿਆ, ਸ਼ਾਇਦ ਕਿਤੇ ਸਰੀਰ ਮਿਲੂਗਾ। ਕਹਿੰਦੇ ਇੱਕਦਮ ਹਲਚਲ ਮਚ ਜਾਂਦੀ ਸੀ ਨਦੀ ਦੇ ਕਿਨਾਰੇ ਜਦੋਂ ਜਾਲ ਕੱਢਦੇ ਸੀ ਗੋਤਾਖੋਰ। ਜਦ ਉਸ ਜਾਲ ਨੂੰ ਕੱਢਣਾ, ਉਸ ਜਾਲ ਵਿੱਚ ਜੀ ਜੰਤ ਮਿਲਦੇ ਸੀ, ਮਗਰਮੱਛ ਤੇ ਮੱਛੀਆਂ, ਛੋਟੀਆਂ ਛੋਟੀਆਂ ਮੱਛੀਆਂ ਦਾ ਪੂੰਗ ਉਹ ਵੀ ਆਉਂਦਾ ਸੀ ਵਿੱਚ। ਪਰ ਐਡਾ ਵੱਡਾ ਸਰੀਰ ਉਸ ਪਿਆਰੇ ਦਾ ਕਿਸੇ ਜਾਲ ਵਿੱਚੋਂ ਵੀ ਨਹੀਂ ਮਿਲਿਆ। ਸਤਿਨਾਮ ਆ ਕਹਿ ਕੇ ਰੋ ਉਹ ਜਿਹਨੇ ਅੱਖੀ ਵੇਖਿਆ ਉਹ ਤੇ ਯਕੀਨ ਕਰੂ ਨਾ ਇਸ ਚੀਜ਼ 'ਚ ਵੀ ਜਾਲ ਛਾਲ ਮਾਰਿਆ ਕਿ ਲੱਭੇ ਕੁਝ। ਸਮੇਂ ਦਾ ਨਵਾਬ ਪਛਤਾਉਂਦਾ, ਲੋਕ ਪਛਤਾਉਂਦੇ, ਕਹਿੰਦੇ ਹੁਣ ਛੱਡ ਦਿਓ ਆਸਾਂ, ਇੱਥੋਂ ਕੁਝ ਮਿਲਣਾ ਨਹੀਂ। ਉਹ ਜਾਰ ਪਸਾਰ ਕੈ ਬਾਰ ਨਿਹਾਰਨ ਕੇਵਟ ਬੀਚ ਬਰੇ ਮਿਲ ਬਾਤਾ। ਕਿੰਨੇ ਮਲਾਹ ਵਿੱਚ ਬੜੇ ਨੇ ਆਪਣੀਆਂ ਕਿਸ਼ਤੀਆਂ ਲੈ ਕੇ, ਕਿੰਨੇ ਗੋਤਾਖੋਰ ਪਾਣੀ ਵਿੱਚ ਬੜੇ ਹੋਏ ਦਿਨ ਰਾਤ। 2 ਦਿਨ ਦੀ ਖੋਜ ਹੈ, 2 ਘੰਟੇ ਨਹੀਂ। ਜਦ 2 ਦਿਨਾਂ ਵਿੱਚ ਕੁਝ ਪ੍ਰਾਪਤ ਨਹੀਂ ਹੋਇਆ, ਹੁਣ ਕਿੱਥੋਂ ਪ੍ਰਾਪਤ ਹੋਣਗੇ? ਮਤਲਬ ਸਿੱਧੀ ਗੱਲ ਹੈ, ਹੌਸਲਾ ਛੱਡ ਕੇ ਜੈ ਰਾਮ ਜੀ। ਵੱਡੇ ਵੱਡੇ ਛੱਡ ਜਾਂਦੇ, ਵੱਡੇ ਵੱਡੇ, ਇਹਦੀ ਕੋਈ ਖਾਸ ਗੱਲ। ਹੌਸਲਾ ਛੱਡ ਵੀ ਨਵਾਬ ਨੇ ਡਿਕਲੇਅਰ ਕਰਤਾ, ਸਰਕਾਰ ਨੇ ਡਿਕਲੇਅਰ ਕਰਤਾ ਵੀ ਨਹੀਂ ਉਹ ਨਹੀਂ ਬਚੇ। ਨਵਾਬ ਹੈ ਸਮੇਂ ਦਾ, ਕੋਲ ਬੈਠਾ ਹੈ, ਕਹਿੰਦਾ ਹੁਣ ਬੰਦ ਕਰ ਦਿਓ। 2 ਬੰਦੇ ਕਿਨਾਰੇ ਤੇ ਬੈਠਣਗੇ, ਕਿਤੇ ਕੋਈ ਹਲਚਲ ਲੱਗੇ, ਅੰਦਾਜ਼ਾ ਹੀ ਹੈ ਤੇ ਹੈ ਨਹੀਂ, ਕਿਤੇ ਮਿਲੇ ਨਹੀਂ। ਜਦ 2 ਦਿਨਾਂ 'ਚ ਕੁਝ ਪ੍ਰਾਪਤ ਨਹੀਂ ਹੋਇਆ, ਲਾਸਟ 48 ਘੰਟੇ 72 ਘੰਟੇ ਹੁੰਦੇ, ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਹੁੰਦਾ, ਕਾਰਵਾਈ ਨਹੀਂ ਵੀ ਹੁੰਦੀ। ਸਮੇਂ ਦੇ ਨਵਾਬ ਨੇ ਵੀ ਕਹਿ ਦਿੱਤਾ ਵੀ ਹੁਣ ਮੋਦੀ ਦਾ ਮਿਲਣਾ ਮੁਸ਼ਕਿਲ ਨਹੀਂ, ਨਾਮੁਮਕਿਨ ਹੋ ਗਿਆ ਏ। ਚੱਖ ਕਛਪ ਬ੍ਰਿੰਦ ਫਸੇ ਨਿਕਸੇ ਸਭ ਖੋਜ ਥਕੇ ਨਹਿ ਪਾਵਤ ਗਿਆਤਾ। ਜੇ ਮਿਲਣਾ ਹੁੰਦਾ ਤੇ ਮਿਲ ਜਾਂਦੇ, ਥੱਕ ਗਏ ਨੇ ਲੱਭ ਲੱਭ ਕੇ ਸਾਰੇ, ਕਿਸੇ ਨੂੰ ਪ੍ਰਾਪਤ ਵੀ ਨਹੀਂ ਹੋਏ। ਕੱਪੜੇ ਉਹਨਾਂ ਦੇ ਸੇਵਕ ਕੋਲੇ, ਜੇ ਉਹ ਮੰਨ ਲਓ ਨਿਕਲ ਕੇ ਜਾਂਦੇ, ਕੱਪੜੇ ਪਹਿਨ ਕੇ ਤਾਂ ਜਾਂਦੇ ਨਾ। ਪਰ ਸੇਵਕ ਕਹਿੰਦਾ ਜੀ ਮੇਰੀਆਂ ਅੱਖਾਂ ਸਾਹਮਣੇ ਪਾਣੀ ਵਿੱਚ ਪ੍ਰਵੇਸ਼ ਹੋਏ ਨੇ, ਮੁੜੋ ਨਾ ਜੁੱਬੀ ਨਹੀਂ ਮਾਰੀ, ਬਾਹਰ ਨਹੀਂ ਆਏ। ਵੀ ਇਹ ਤੇ ਅੱਖੀ ਵੇਖਿਆ ਹਾਲ ਹੈ, ਕੋਈ ਝੂਠ ਕਿੱਦਾਂ ਬੋਲ ਸਕਦਾ?
ਪਿਆਰ ਕਰਨ ਵਾਲਾ ਝੂਠ ਬੋਲੂ ਕਦੇ ਵੀ ਨਹੀਂ ਬੋਲ ਸਕਦੇ। ਜੋ ਪ੍ਰੇਮ ਕਰਦਾ, ਜਿਹੜਾ ਝੂਠ ਬੋਲੂ ਉਹਦੇ ਅੰਦਰ ਪ੍ਰੇਮ ਕੋਈ ਨਹੀਂ, ਪਿਆਰ ਨਹੀਂ, ਹਮਦਰਦੀ ਨਹੀਂ, ਕੋਈ ਭਾਵਨਾ ਨਹੀਂ ਹੈ। ਪਰ ਉਹ ਸਿੱਖ ਰੋ ਰੋ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਇਸ ਥਾਂ ਤੇ ਮਰਦ ਗਿਆ ਦਾਤਣ ਗੱਡੀ ਹੋਈ ਹੈ। ਇਹ ਉਹ ਦਾਤਣ ਹੈ ਜਿਹਨੂੰ ਅੱਜ ਕੱਲ੍ਹ ਆਪਾਂ ਗੁਰਦੁਆਰਾ ਬੇਰ ਸਾਹਿਬ ਦੇ ਨਾਮ ਨਾਲ ਜਾਣਦੇ, ਜੋ ਬੇਰੀ ਦਾ ਰੁੱਖ ਲੱਗਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਅਲੋਪ ਹੋਣ ਤੋਂ ਪਹਿਲਾਂ ਦਾਤਣ ਗੱਡੀ ਸੀ। ਅੱਜ ਵੀ ਬਹੁਤ ਵੱਡਾ ਬ੍ਰਿਸ਼ ਦਾ ਰੂਪ ਸੁਭਾਏਮਾਨ ਨੂੰ ਸਥਾਪਨ ਕਰਦੀ ਹੈ। ਗੁਰੂ ਸਾਹਿਬ ਤੇ ਜਾਣ ਤੋਂ ਬਾਅਦ ਨਾ ਸਰੀਰ ਕਰਨਗੇ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ, ਘਰ ਵਿੱਚ ਵੀ ਦੁੱਖ ਦਾ ਮਾਹੌਲ ਹੈ, ਲੋਕੀ ਬਹਿਣ ਆਉਣ ਲੱਗ ਪਏ। ਸੁਭਾਵਿਕ ਗੱਲ ਹੈ, ਬੈਠਣ ਆਉਂਦੀ ਹੈ ਦੁਨੀਆ। ਅੱਜ ਵੀ ਕਿਸੇ ਦਾ ਧੀ ਪੁੱਤ ਵਿਦੇਸ਼ 'ਚੋਂ ਚਲਿਆ ਜਾਏ, ਭਾਵੇਂ ਸਰੀਰ ਆਵੇ ਨਾ ਆਵੇ, ਲੋਕ ਤੇ ਘਰੇ ਆ ਕੇ ਦੁੱਖ ਸਾਂਝਾ ਕਰਦੇ ਆ ਨਾ। ਹੁਣ ਇਹ ਦੇਖਿਆ ਨਹੀਂ ਜਾਂਦਾ ਜੈ ਰਾਮ ਜੀ ਕੋਲੋਂ, ਜਦ ਘਰੇ ਪੱਲੀਆਂ ਵਿਛ ਗਈਆਂ, ਚਾਦਰਾਂ ਵਿਛ ਗਈਆਂ, ਲੋਕ ਆ ਕੇ ਬਹਿੰਦੇ ਆ, ਗੁਰੂ ਸਾਹਿਬ ਦੇ ਗੁਣ ਗਾਇਨ ਕਰਦੇ ਆ। ਉਹ ਜੈ ਰਾਮ ਤੋਂ ਕਿੱਥੇ ਸਹਾਰਿਆ ਜਾ ਰਿਹਾ? 35 ਸਾਲਾਂ ਦੀ ਉਮਰ, ਲੜਾਈ ਝਗੜਾ ਨਹੀਂ ਕਿਸੇ ਨਾਲ, ਵੈਰ ਵਿਰੋਧ ਕਿਸੇ ਨਾਲ ਨਹੀਂ, ਲਾਲਚ ਕੋਈ ਨਹੀਂ। ਕਿਤੇ ਹੁੰਦਾ ਨਾ ਬੰਦਾ ਵੀ ਲਾਲਚੀ ਸੀ ਜੀ, ਚਲੋ ਇੰਨੀ ਚਿੰਤਾ ਹੋ ਗਈ, ਕਰਜ਼ੇ ਬਹੁਤ ਸਿਰ ਤੇ ਚੜੇ ਸੀ, ਹੋਰ ਤੇ ਹਿੱਲਾ ਹੀ ਕੋਈ ਨਹੀਂ ਸੀ, ਉਹ ਦੁਨੀਆ ਗੱਲਾਂ ਕਰ ਲੈਂਦੀ। ਪਰ ਹਰ ਕੋਈ ਇੱਕੋ ਗੱਲ ਕਹਿੰਦਾ ਹੈ ਵੀ ਇਹੋ ਜਿਹੀ ਖੇਡ ਵਰਤਾਉਣ ਵਾਲੇ ਉਹ ਕਦੇ ਵੀ ਲੱਗਦੇ ਨਹੀਂ ਸੀ। ਨਿਰਪਤਾਦ ਨਿਰਾਸ ਫਿਰੈ ਪਛਤਾਏ, ਉਪਾਏ ਕੀਏ ਬੋ ਸੋ ਨ ਅਗਾਤਾ। ਨਵਾਬ ਦੌਲਤ ਖਾਂ 2-2 3-3 ਗੇੜੇ ਘਰੇ ਲਾਉਂਦਾ ਘੋੜੇ ਤੇ ਸਵਾਰ ਹੋ ਕੇ, ਉਹਨੂੰ ਸਮਝ ਨਹੀਂ ਕੁਛ ਆਉਂਦਾ। ਜੈ ਰਾਮ ਜੀ ਨਾਲ ਪਿਆਰ ਉਹਨਾਂ ਦਾ ਕਿੰਨਾ ਜੀ, ਸਹਿਚਾਰ ਹੈ ਬਹੁਤ ਵੱਡਾ। ਘਰ ਆ ਕੇ ਬਹਿੰਦਾ ਹੈ, ਇੱਕੋ ਹੀ ਪਛਤਾਵਾ ਕਰਦਾ ਹੈ, ਕਹਿੰਦਾ ਜੈ ਰਾਮ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ। ਉਹ ਰੋ ਕੇ ਕਹਿੰਦੇ ਨੇ ਨਵਾਬ ਸਾਹਿਬ ਤੁਸੀਂ ਕੀ ਕਰ ਸਕਦੇ ਹੋ, ਸਮਝ ਤੇ ਅੱਜ ਤੱਕ ਸਾਨੂੰ ਨਹੀਂ ਆਈ। ਪਰ ਕਹਿੰਦੇ ਹੈਰਾਨੀ ਸਾਰੇ ਨਗਰ ਨੂੰ ਇਸ ਗੱਲ ਦੀ ਸੀ ਵੀ ਬੱਚਾ ਬੱਚਾ ਰੋਂਦਾ, ਸਤਿਗੁਰਾਂ ਦੇ ਭੈਣ ਜੀ ਦੀ ਅੱਖ 'ਚ ਹੰਝੂ ਨਹੀਂ। ਉਹ ਸਹਿਜ ਸੁਭਾਅ ਹੀ ਸੰਗਤ ਦੀ ਸੇਵਾ ਕਰ ਰਹੇ, ਸਭ ਨੂੰ ਕਹਿੰਦੇ ਆ, ਕਹਿੰਦੇ ਆ ਜਾਣਗੇ ਮੁੜ ਕੇ, ਕਿਤੇ ਨਹੀਂ ਡੁੱਬੇ। ਮੇਰੇ ਵੀਰ ਨੂੰ ਡੁਬੋਣ ਵਾਲਾ ਜੱਗ ਤੇ ਕੌਣ ਹੈ? ਉਹ ਤੇ ਡੁੱਬਿਆਂ ਨੂੰ ਤਾਰਦਾ ਆਖੋ ਸਤਿਨਾਮ। ਕਹਿੰਦੀ ਹੁਣ ਇਹ ਜਿਹੜੀਆਂ ਗੱਲਾਂ ਤੇ ਭਰੋਸਾ ਜਾਂ ਨਹੀਂ ਹੁੰਦਾ। ਤੁਸੀਂ ਕਿਸੇ ਨੂੰ ਅੱਖਾਂ ਸਾਹਮਣੇ ਡੁੱਬਦਾ ਵੇਖੋ, ਤੁਹਾਡੇ ਸਾਹਮਣੇ ਕੋਈ ਆਖੇ ਨਹੀਂ ਆ ਜਾਣਗੇ, ਆ ਜਾਣਗੇ, ਕਿੱਦਾਂ ਹੋ ਸਕਦਾ? ਬੜਿਆਂ ਯੋਧਿਆਂ ਦੇ ਬਾਰੇ ਦੁਨੀਆ ਵਿੱਚ ਹੋਇਆ, ਸ਼ਹੀਦੀਆਂ ਤੇ ਜਾਮ ਪੀ ਕੇ ਲੋਕ ਅੱਜ ਵੀ ਡਰੀ ਜਾਂਦੇ, ਕਹਿੰਦੇ ਆਉਣਗੇ ਆਉਣਗੇ, ਕਿੱਥੋਂ ਆਉਣਗੇ ਭਾਈ ਸ਼ਹੀਦ? ਜਿਨ੍ਹਾਂ ਨੇ ਅੱਖੀਂ ਵੇਖਿਆ ਨਹੀਂ ਮੰਨ ਸਕਦੇ। ਨਵਾਬ ਸਾਹਿਬ ਸੋਚਦੇ ਆ ਸ਼ਾਇਦ ਸਤਿਗੁਰਾਂ ਦੇ ਭੈਣ ਜੀ ਗੱਲ ਦਿਲ ਤੇ ਲਾ ਗਏ ਨੇ, ਆਪਣੇ ਵੀਰ ਦਾ ਵਿਛੋੜਾ ਇਹਨਾਂ ਤੋਂ ਝੱਲਿਆ ਜਾਂਦਾ ਨਹੀਂ। ਰੋਦਨ ਕੀਨ ਸਲਖਣ ਤਾਂ ਛਿਨ, ਦੀਨ ਗਇਓ ਕਰਮੀ ਪਰਤਾਰਾ। ਜਿਸ ਵੇਲੇ ਕਹਿੰਦੇ ਨਵਾਬ ਸਾਹਿਬ ਬੈਠੇ ਆ ਸਤਿਗੁਰਾਂ ਦੇ ਘਰੋਂ ਮਹਿਲ, ਸਾਡੀ ਮਾਤਾ ਸੁਲੱਖਣੀ ਜੀ ਉੱਚੀ ਉੱਚੀ ਰੋਂਦੇ ਨੇ। ਸੁਭਾਵਿਕ ਹੈ, ਅਜੇ ਵਿਆਹ ਹੋਏ ਨੂੰ ਤੇ ਕੁਝ ਸਾਲ ਹੋਏ ਆ, ਕਿਤੇ ਬਹੁਤੇ ਗੇੜੇ ਘਰ ਵੀ ਨਹੀਂ ਲਾਏ। ਇੱਕ ਪੁੱਤ ਝੋਲੀ ਹੈ ਬਾਬਾ ਸ੍ਰੀ ਚੰਦ ਨੇ ਜਿਨ੍ਹਾਂ ਦਾ ਜਨਮ ਹੋਇਆ, ਦੂਜੇ ਪੁੱਤ ਦਾ ਤੇ ਜਨਮ ਹੋਣਾ, ਉੱਤੇ ਗਰਭ ਵਿੱਚ ਨੇ ਅਜੇ। ਇਹ ਤੋਂ ਵੱਡਾ ਦੁੱਖ ਕੀ ਹੋ ਸਕਦਾ? ਕਹਿੰਦੇ ਉੱਚੀ ਉੱਚੀ ਰੋ ਕੇ ਕਹਿੰਦੇ ਨੇ ਸਿਰ ਦਿਆ ਸਾਈਆਂ, ਇਹ ਕੀ ਕਹਿਰ ਕਰਦਾ, ਐਸਾ ਕੀ ਗੁਨਾਹ ਅਸੀਂ ਕੀਤਾ ਸੀ, ਸਾਨੂੰ ਜਿਉਂਦਿਆਂ ਛੱਡ ਗਏ ਹੋ। ਪੰਕਤ ਤੇ ਬਿਸ਼ਰੀ ਨਿਜ ਜਿਉ, ਕੁਰਲਾਵਤ ਕੂੰਜ ਪਇਓ ਦੁਖ ਪਾਰ। ਮਾਤਾ ਸੁਲੱਖਣੀ ਜੀ ਕਮਰੇ ਵਿੱਚ ਬੰਦ ਹੋ ਕੇ ਏਦਾਂ ਰੋਂਦੇ ਨੇ ਜਿਵੇਂ ਕੋਈ ਕੂੰਜ ਆਪਣੀਆਂ ਕੂੰਜਾਂ ਦੀਆਂ ਡਾਰਾਂ ਤੋਂ ਵਿਛੜੀ ਹੋਵੇ। ਰੋਂਦੇ ਆ ਉੱਚੀ ਉੱਚੀ, ਕੁਝ ਸਮਝ ਨਹੀਂ ਆਉਂਦਾ, ਰੱਬ ਨੂੰ ਉਲਾਂਭੇ ਦੇ ਰਹੇ। ਕਦੇ ਭੈਣ ਨਾਨਕੀ ਦਾ ਨਾਮ ਲੈ ਲੈ ਕੇ ਆਵਾਜ਼ਾਂ ਮਾਰਦੇ ਆ, ਮਾਰੋ ਆਪਣੇ ਵੀਰ ਨੂੰ ਆਵਾਜ਼ ਕਿੱਥੇ ਹੈ। ਉਹ ਤੇ ਸਮੇਂ ਨਾਲ ਆ ਜਾਂਦੇ ਸੀ, ਜਦ ਮੈਂ ਨਾਰਾਜ਼ ਸੀ ਉਦੋਂ ਵੀ ਆ ਜਾਂਦੇ ਸੀ, ਕਦੇ ਲੜਿਆਂ ਵੀ ਆ ਜਾਂਦੇ ਸੀ। ਹੁਣ ਤੇ ਲੜਾਈ ਕਦੇ ਨਹੀਂ ਹੋਈ, ਕਦੇ ਚੰਗਾ ਮਾੜਾ ਨਹੀਂ ਬੋਲਿਆ। ਉਹ ਕਿੱਥੇ ਚਲੇ ਗਏ? ਇਸ ਉਖਾਰਤ ਤਾੜਤ ਹੈ ਔਰ ਭੂਖਨ ਡਾਰ ਤਿਹਾਰ ਉਤਾਰਾ। ਕਹਿੰਦੇ ਜੀ ਰੋਂਦੇ ਨੇ ਉੱਚੀ ਉੱਚੀ। ਭਾਈ ਬਾਲਾ ਜੀ ਨੇ ਇੱਥੋਂ ਤੱਕ ਦੱਸਿਆ, ਕਹਿੰਦੇ ਆਪਣੇ ਸਿਰ ਦੇ ਕੇਸ ਵੀ ਵੱਢ ਲਏ, ਵਿਛੋੜਾ ਨਹੀਂ ਚੱਲਿਆ, ਕੰਨਾਂ ਦੇ ਗਹਿਣੇ ਲਾ ਲਾ ਸੁਣਦੇ, ਮੱਥੇ ਦਾ ਟਿੱਕਾ ਮਾਰਿਆ ਚਲਾ ਕੇ। ਜਦ ਭੈਣ ਨਾਨਕੀ ਨੂੰ ਪਤਾ ਲੱਗਿਆ ਭੱਜੇ ਆਏ, ਕਹਿੰਦੇ ਸੁਲੱਖਣੀ ਇਹ ਕਮਲੀ ਹੋ ਗਈ ਹੈ। ਦੇਖੋ ਪਿਆਰ ਕਿੰਨਾ ਹੈ ਨਣਦ ਭਰਜਾਈਆਂ ਦੇ। ਅੱਜ ਵੀ ਉਹ ਐਸੇ ਦੁੱਖ ਦੇ ਵਿੱਚ, ਦੁੱਖ ਸਾਂਝਾ ਹੈ, ਇੱਕ ਦੇ ਪਤੀ ਨੇ ਇੱਕ ਦੇ ਭਰਾ ਨੇ,
ਕੋਲ ਆ ਕੇ ਪਾਣੀ ਪਿਲਾਉਂਦੇ ਆ, ਹੌਸਲਾ ਦਿੰਦੇ ਆ, ਕਹਿੰਦੇ ਦਿਲ ਕਿਉਂ ਛੱਡਿਆ, ਕੁਛ ਵੀ ਨਹੀਂ ਹੋਇਆ, ਕਿਉਂ ਝੱਲਿਆ ਵਾਂਗੂ ਰੋਂਦੇ ਹੋ। ਲੋਚਨ ਧੀ ਜਲ ਧਾਰ ਛੁੱਟੇ, ਸਭ ਚੀਰ ਭਿੱਗੇ ਤਨ ਕੀ ਨ ਸੰਭਾਰ। ਆਖਰਕਾਰ ਰੋ ਰੋ ਕੇ ਹੰਭ ਗਏ, ਥੱਕ ਗਏ, ਹੁਣ ਕੰਧ ਨਾਲ ਸਿਰ ਲਾ ਕੇ ਬੈਠੇ, ਅੱਖਾਂ 'ਚੋਂ ਹੰਝੂ ਆਈ ਜਾਂਦੇ, ਅੱਖਾਂ ਫਰਕਦੀਆਂ ਨਹੀਂ। ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕੌਣ ਬੁਲਾਉਂਦਾ ਹੈ, ਕੌਣ ਕੀ ਬੋਲਦਾ ਹੈ। ਮਾਤਾ ਸੁਲੱਖਣੀ ਜੀ ਪੱਥਰ ਬਣੇ ਬੈਠੇ, ਨਹੀਂ ਪਤਾ। ਬੜੀ ਮਾੜੀ ਹਾਲਤ ਸਿਹਤ ਦੀ ਹੋ ਗਈ। ਭੈਣ ਨਾਨਕੀ ਦਿਲਾਸਾ ਦਿੰਦੇ, ਨਾ ਰੋ ਭੈਣੇ ਮੇਰੀ, ਹੱਥ ਜੋੜ ਜੋੜ ਕਹਿੰਦੇ, ਭੈਣ ਸ਼ਬਦ ਵਰਤ ਕੇ, ਭਰਜਾਈ ਜੀ ਨਾ ਰੋਵੋ, ਤੁਹਾਡੇ ਪੇਟ ਵਿੱਚ ਬੱਚਾ ਹੈ, ਨੁਕਸਾਨ ਹੋ ਜਾਊਗਾ, ਨਾ ਰੋਵੋ, ਨਾ ਵਿਰਾਗ ਕਰੋ, ਇੰਨਾ ਰੋਣਾ ਚੰਗਾ ਨਹੀਂ। ਏ ਪਤ ਤੋਂ ਬਿਨ ਭੋਨ ਪਸੁਨਾ, ਸੋ ਦਾਨ ਕੋ ਥਾਨ ਉਦਾਸ ਲੱਗੇ ਹੈ। ਸੱਚੇ ਪਾਤਸ਼ਾਹ ਜੀ, ਕਦੇ ਮੈਂ ਤੁਹਾਨੂੰ ਉਲਾਂਭੇ ਦਿੰਦੀ ਸੀ, ਤੁਸੀਂ ਦਾਨੀ ਬੜੇ ਹੋ, ਪਰ ਤੁਹਾਡੀ ਤੇ ਕਿਰਪਾ ਮੇਰੇ ਤੇ ਵੀ ਹੋ ਗਈ ਸੀ। ਤੁਹਾਡਾ ਮੋਦੀ ਖਾਨੇ ਵਾਲਾ ਦਾਨ ਮੈਂ ਘਰੇ ਸ਼ੁਰੂ ਕਰਤਾ ਸੀ। ਮੈਂ ਤੇ ਕਦੇ ਘਰ ਦਾ ਰਾਸ਼ਨ ਵੀ ਨਹੀਂ ਵੇਖਿਆ, ਉਹ ਵੀ ਵੰਡ ਦਿੰਦੀ ਸੀ। ਇੰਨੇ ਚੰਗੇ ਗੁਣ ਦੇ ਕੇ ਤੁਸੀਂ ਮੈਨੂੰ ਕਿੱਥੇ ਛੱਡਦੇ, ਕੱਲਿਆਂ ਛੱਡਦੇ। ਜੇ ਜਾਣਾ ਹੀ ਸੀ ਸਾਨੂੰ ਨਾਲ ਹੀ ਲੈ ਜਾਂਦੇ। ਆਖੋ ਸਤਿਨਾਮ। ਆ ਗੱਲਾਂ ਦੁਨੀਆ ਕਰਦੀ ਬਹੁਤ ਹੈ, ਪਰ ਮਰਦਾ ਕੋਈ ਨਹੀਂ ਕਿਸੇ ਦਾ। ਮਾਤਾ ਸੁਲੱਖਣੀ ਦਾ ਪ੍ਰੇਮ ਅਥਾਹ ਪ੍ਰੇਮ ਸੀ, ਉਹ ਰੱਬ ਸਮਝਦੇ ਸੀ। ਅਜੇ ਹੌਲੀ ਹੌਲੀ ਕਿਰਪਾ ਦੀਆਂ ਪੌੜੀਆਂ ਚੜ੍ਹ ਰਹੇ ਸੀ, ਅਜੇ ਤੇ ਉਸ ਪਾਸੇ ਤੁਰੇ ਸੀ। ਜਿੱਦਣ ਵਿਆਹ ਹੋਇਆ ਉਦੋਂ ਅਵਸਥਾ ਹੋਰ ਸੀ, ਅੱਜ ਹੋਰ ਹੈ। ਆਉਣ ਵਾਲਾ ਸਮਾਂ ਹੋਰ ਆਏਗਾ ਜੀ। ਇੱਕ ਦਿਨ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਜਾਣਗੇ। ਜੋ ਜੋ ਸੰਗਤ ਕਰਦੇ ਰਹਿਣਗੇ ਤਿਉਂ ਤਿਉਂ ਪ੍ਰਭਾਵ ਪੈਂਦਾ ਰਹਿਣਾ। ਜਿੰਨਾ ਕੁ ਮਰਦ ਜਣਾਉਂਦੇ ਸੀ ਉਹਨਾਂ ਕੀ ਜਾਣਦੇ ਸੀ। ਗੁਰੂ ਸਾਹਿਬ ਪਰਦਾ ਰੱਖਦੇ ਸੀ, ਉੱਚੀ ਉੱਚੀ ਰੋ ਕੇ ਆਖਦੇ, ਮਰਦ ਸਾਨੂੰ ਨਾਲ ਹੀ ਲੈ ਜਾਂਦੇ, ਛੱਡ ਕੇ ਕਿਉਂ ਗਏ ਸੀ। ਤੇ ਸਤਿਗੁਰਾਂ ਦੇ ਭੈਣ ਨਾਨਕੀ ਜੀ ਦਿਲਾਸਾ ਦਿੰਦੇ, ਕਹਿੰਦੇ ਕਿਤੇ ਨਹੀਂ ਗਏ, ਇੱਕ ਦੋ ਦਿਨਾਂ ਵਿੱਚ ਮੁੜੇ ਆਵਣਗੇ। ਕੌਣ ਸੋ ਦੇ ਇਨ ਕੋ ਤ੍ਰਿਪਤਾਵ ਹੈ, ਆਨ ਭਿਖਾਰੀ ਕੋ ਬ੍ਰਿੰਦ ਮੰਗੈ ਹੈ। ਆ ਕੌਣ ਆਊਗਾ ਜਦੋਂ ਤੁਹਾਡੇ ਦਰ ਤੇ ਕੋਈ ਆ ਕੇ ਮੰਗੂਗਾ, ਸਾਨੂੰ ਦਾਨ ਦੇ ਦਿਓ, ਤੁਹਾਡੇ ਵਰਗਾ ਦਿਲ ਕੱਢ ਕੇ ਕੌਣ ਤੇਰਾ ਤੋਲੂਗਾ। ਆ ਪੁੱਤਰ ਤੁਹਾਡਾ ਸ੍ਰੀ ਚੰਦ ਕਿਹਦੀ ਗੋਦ 'ਚ ਬੈਠੂਗਾ। ਰੋਂਦੇ ਆ ਜੀ ਯਾਦ ਕਰਕੇ। ਸੁਭਾਵਕ ਹੈ, ਹਿਊਮਨ ਬੀਇੰਗ ਹੈ, ਮਨੁੱਖੀ ਸੁਭਾਅ ਹੈ, ਨੇਚਰ ਹੈ। ਕਹਿੰਦੇ ਰੋਇਆ ਕਰ। ਭੈਣ ਨਾਨਕੀ ਦਿਲਾਸਾ ਦੇ ਕੇ ਕਹਿੰਦੇ ਆ, ਭਰਜਾਈਏ ਕਿਉਂ ਦਿਲ ਛੱਡਦੀ ਹੈ। ਉਹ ਆਖਦੀ ਹੈ, ਨਣਦੇ ਮੇਰੀਏ ਹੁਣ ਕੀ ਰਹਿ ਗਿਆ, ਉਜੜਨਾ ਸੀ ਮੈਂ ਉਜੜ ਗਈ। ਆਖੋ ਸਤਿਨਾਮ। ਤੇਰਿਆਂ ਦਿਲਾਸਿਆਂ ਨੇ ਮੈਨੂੰ ਕੀ ਦੇ ਦੇਣਾ ਏ। ਆਪ ਕਹਾਂ ਗਏ ਦੀਏ ਬਿਨਾ ਸੁਧ, ਮ੍ਰਿਤ ਕੋ ਹੇਤ ਨ ਕੋ ਉਪਜੈ ਹੈ। ਆਵਾਜ਼ਾਂ ਮਾਰਦੇ ਨੇ ਦਰਵਾਜ਼ੇ ਵੱਲ, ਵੇਖ ਵੇਖ ਪਾਤਸ਼ਾਹ ਆ ਜਾਓ। ਸਤਿਗੁਰੂ ਜੀ ਮੋਦੀ ਖਾਨਾ ਆਵਾਜ਼ਾਂ ਮਾਰਦਾ, ਘਰੇ ਤੇ ਆਓ, ਇੱਕ ਵਾਰੀ ਦਰਸ਼ਨ ਦੇ ਕੇ ਚਲੇ ਜਾਓ। ਇੰਨਾ ਵਿਰਾਗ ਜਾ ਪਿਆ, ਇੰਨਾ ਕੁਛ। ਕਿਉਂਕਿ ਜਿਸ ਦਿਨ ਸਤਿਗੁਰਾਂ ਨੇ ਕਿਰਪਾ ਕੀਤੀ ਸੀ ਨਾ, ਉਸ ਦਿਨ ਤੋਂ ਗੁਰੂ ਸਾਹਿਬ ਨੂੰ ਰੱਬ ਜਾਣਨ ਲੱਗ ਪਏ ਸੀ। ਇੱਕ ਪਤਨੀ ਪਤੀ ਦਾ ਵਿਛੋੜਾ ਚੱਲ ਸਕਦੀ, ਕੋਈ ਵੱਡੀ ਗੱਲ ਨਹੀਂ। ਇੱਕ ਮਾਂ ਬਾਪ ਬੱਚਿਆਂ ਦਾ ਵਿਛੋੜਾ ਚੱਲ ਸਕਦੇ, ਵੱਡੀ ਗੱਲ ਨਹੀਂ। ਇਹ ਸਮਾਜ 'ਚ ਹੁੰਦਾ ਹੈ, ਹੁੰਦਾ ਰਿਹਾ ਏ। ਪਤਨੀ ਮਰ ਜਾਏ, ਪਤੀ ਦੂਜਾ ਵਿਆਹ ਕਰਾ ਲੇ। ਸੰਸਾਰ ਹੈ, ਸਮਾਜ ਹੈ। ਪਰ ਜਿੱਥੇ ਪ੍ਰੀਤ ਦਿਲਾਂ ਦੀ ਹੋਵੇ, ਗੁਰੂ ਨਾਲ ਹੋਵੇ, ਸੱਜਣ ਨਾਲ ਹੋਵੇ, ਜਿੱਦਣ ਉਹ ਵਿਛੜਦੇ ਨਾ, ਫਿਰ ਜਿਉਣਾ ਹਰਾਮ ਹੋ ਜਾਂਦਾ। ਸਤਿਨਾਮ। ਗੁਰੂ ਨਾਨਕ ਸਾਹਿਬ ਨਾਲ ਪ੍ਰੀਤ ਸੀ ਰੱਬੀ, ਇਸ ਲਈ ਤੜਫਦੇ ਆ। ਵੇਖੋ ਹੁਣ ਕਿਰਪਾ ਦਾ ਫਰਕ ਆ ਨਾ। ਸਤਿਗੁਰਾਂ ਦੇ ਧਰਮ ਪਤਨੀ ਤੇ ਜਿਹੜੀ ਕਿਰਪਾ ਹੈ ਉਹ ਸ਼ਰਧਾ ਭਾਵਨਾ ਵਾਲੀ ਆ। ਜੇ ਪੂਰਨ ਤੌਰ ਤੇ ਨਹੀਂ ਜਾਣ ਸਕੇ ਗੁਰੂ ਸਾਹਿਬ, ਅਜੇ ਜਾਣ ਵੀ ਨਹੀਂ ਸਕਦੇ, ਮਰਦ ਦੀ ਮਾਇਆ। ਤੇ ਸਤਿਗੁਰਾਂ ਦੇ ਭੈਣ ਜੀ ਸੰਪੂਰਨ ਤੌਰ ਤੇ ਗੁਰੂ ਸਾਹਿਬ ਨੂੰ ਜਾਣਦੇ ਆ। ਉਹਨਾਂ ਤੇ ਕਿਰਪਾ ਵੱਡੀ ਹੈ, ਗਹਿਰੀ ਹੈ, ਇਸ ਕਰਕੇ ਉਹ ਰੋਂਦੇ ਨਹੀਂ, ਦੁੱਖ ਨਹੀਂ ਹੈ। ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਬੇਸ਼ੱਕ ਉਹ ਇਹ ਨਹੀਂ ਜਾਣਦੇ ਗੁਰੂ ਸਾਹਿਬ ਕਿੱਥੇ ਆ, ਪਰ ਅੰਦਰ ਮਨ ਕਹਿੰਦਾ, ਇੱਕ ਨਿਸ਼ਚਾ ਕਹਿੰਦਾ ਵੀ ਛੇਤੀ ਆਉਣਗੇ, ਵਾਪਸ ਆਉਣ ਵਾਲੇ ਨੇ। ਬਾਰਕ ਧਾਤ ਆਧਾਰ ਨ ਮੋਕੋ, ਸ਼ੌਂਕ ਜਗੇ ਔਰ ਧੀਰ ਪੱਗੈ ਹੈ। ਪਰ ਸਾਡੇ ਮਾਤਾ ਸੁਲੱਖਣੀ ਜੀ ਵਿਰਾਗ ਕਰਦੇ, ਇਹਨਾਂ ਬੱਚਿਆਂ ਦਾ ਸਹਾਰਾ ਕੌਣ ਹੈ। ਨਾਥ ਕਰਕੇ ਤੁਸੀਂ
ਕੌਣ ਪਾਲੂਗਾ ਸਾਨੂੰ, ਕੌਣ ਵੇਖੇਗਾ, ਕਿਹਦੀ ਭਗਤੀ ਕਰਾਂਗੇ, ਕਿਹਦੇ ਨਾਲ ਬਹਿ ਕੇ ਰੱਬ ਦੀਆਂ ਗੱਲਾਂ ਕਰਾਂਗੇ। ਅਚਲ ਚੇਤ ਛੱਡ ਕੇ ਜਾਣ ਵਾਲਿਓ। ਯਾ ਵਿਦ ਸ਼ੌਕ ਗਿਰਾ ਬੋ ਭਾਤਨ, ਬੋਲਤ ਹੈ ਬਿਰਲਾ ਪਪਕਾਰਾ। ਭੈਣ ਨਾਨਕੀ ਝਿੜਕ ਕੇ ਆਖਣ ਲੱਗੀ, ਭਰਜਾਈ ਕੋਈ ਗਹਿਣਾ ਲਾ ਕੇ ਨਹੀਂ ਸੁੱਟਣਾ, ਖਬਰਦਾਰ ਜੇ ਗਹਿਣਾ ਤੋੜਿਆ ਕੋਈ ਗਹਿਣਾ ਭੰਨਿਆ ਵੀ ਤੇ। ਹੁਣ ਬਾਣੀ ਵੀ ਲਿਖਦੀ ਹੈ, ਚੂੜਾ ਭੰਨ ਤੋਂ ਨਾ ਸਣ ਵਾਹੀ ਸਣ ਵਾਹਾ। ਕਹਿੰਦੇ ਜਦ ਪਿਆਰੇ ਵਿਛੜ ਜਾਂਦੇ ਫਿਰ ਚੂੜੇ ਭੰਨੇ ਜਾਂਦੇ। ਜਦੋਂ ਭੰਨਣ ਲੱਗੇ ਭੈਣ ਨਾਨਕੀ ਰੋ ਕੇ ਆਖਣ ਲੱਗੇ, ਕਹਿੰਦੀ ਮੇਰੇ ਕਰਕੇ ਰੱਬ ਕਰਕੇ 3 ਦਿਨ ਢੀਕ ਲਾਇਆ। ਆਖੋ ਸਤਿਨਾਮ। ਫਿਰ ਭੰਨ ਲਈ, ਲਾ ਦੇ ਗਹਿਣੇ, ਪਾ ਲਈ ਚਿੱਟੇ ਕੱਪੜੇ, ਖੋਲ ਲਈ ਬਾਹਰ। 3 ਦਿਨ ਰੁਕ ਜਾ। ਕਿੱਡਾ ਵੱਡਾ ਨਿਸ਼ਚੈ ਹੈ। ਕਰੂ ਕੋਈ ਏਡਾ ਵੱਡਾ ਭਰੋਸਾ ਨਹੀਂ ਦੁਨੀਆ ਦੇ ਵਿੱਚ। ਮੰਨ ਲਓ ਕੋਈ ਸਹਿਜ ਸੁਭਾਅ ਜ਼ਮਾਨੇ ਤੋਂ ਤੁਰ ਜੇ ਤੇ ਕੋਈ ਉਹਦੀ ਪਤਨੀ ਨੂੰ ਆਖੇ ਨਾ 2 ਦਿਨ ਬਹਿ ਜਾ, ਆਉਣ ਵਾਲਾ ਉੱਠ ਕੇ, ਹੋ ਸਕਦਾ ਹੈ? ਇਹ ਵਿਸ਼ਵਾਸ, ਅਕੀਦਾ, ਭਰੋਸਾ, ਸ਼ਰਧਾ, ਭਾਵਨਾ ਤੇ ਰੱਬੀ ਕਿਰਪਾ ਹੈ। ਭੈਣ ਨਾਨਕੀ ਕੋਲ ਬਹਿ ਕੇ ਦਿਲਾਸਾ ਦਿੰਦੇ, ਕਹਿੰਦੇ ਆਹ ਕੰਮ ਮਨਮਤ ਵਾਲਾ ਤੁਸੀਂ ਨਹੀਂ ਕਰਨਾ। ਤੁਹਾਡੇ ਪਤੀ ਨਹੀਂ, ਪਰਮੇਸ਼ਵਰ ਨੇ, ਪਰਮਾਤਮਾ ਨੇ। ਧਿਆਨ ਲਾ ਕੇ ਬੈਠੋ, ਸਿਮਰਨ ਕਰੋ, ਉਹਨਾਂ ਦੀ ਯਾਦ ਵਿੱਚ ਬਹਿ ਕੇ ਲੱਭੋ ਹੈ ਕਿੱਥੇ ਨੇ। ਆਖੋ ਸਤਿਨਾਮ। ਉਪਦੇਸ਼ ਦੇ ਰਹੇ ਆ। ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ, ਕਿਉਂਕਿ ਅੱਜ ਦਾ ਜਿਹੜਾ ਇਹ ਸਮਾਗਮ ਸੀ ਬੜਾ ਭਾਵੁਕ ਸੀ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸੱਚਮੁੱਚ ਇਹ ਤੋਂ ਵੀ ਵੱਧ ਦੁਖਾਂਤ ਵਾਪਰੇ। ਆਪਾਂ ਤੇ ਇਕੱਲਾ ਸੁਣਿਆ, ਸੁਣ ਕੇ ਦੁਖੀ ਹੋ ਗਏ। ਨਾਲੇ ਸਾਨੂੰ ਪਤਾ ਮਰਦ ਨੇ ਆ ਜਾਣਾ, ਤੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਆਉਣਾ ਹੈ, ਜਿਨ੍ਹਾਂ ਨੇ ਹੱਡੀ ਹੰਡਾਇਆ ਹੈ, ਇਕੱਲੇ ਬਹਿ ਕੇ ਸੋਚ ਕੇ ਵੇਖਿਓ ਨਾ ਕਿੱਦਾਂ ਰੋ ਰਾਤਾਂ ਕੱਢੀਆਂ ਹੋਣਗੀਆਂ, ਕਿਵੇਂ ਉਹਨਾਂ ਦਾ ਸਮਾਂ ਗੁਜ਼ਰਿਆ ਹੋਣਾ। ਇਹ ਉਹੀ ਜਾਣਦੇ ਨੇ। ਇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਵਰਤਾਇਆ ਹੋਇਆ ਪ੍ਰੇਮ। ਵਾਹਿਗੁਰੂ ਵਾਹਿਗੁਰੂ।